जी ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਸੋ ਰੋਜ਼ਾਨਾ ਦੀ ਤਰ੍ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋ ਸੁਚੱਜੀ ਸ਼ਖਸੀਅਤ ਉਸਾਰੀ ਕੈਂਪ ਰੋਜ਼ਾਨਾ ਲਗਾਇਆ ਜਾ ਰਿਹਾ ਹੈ। ਸੋ ਅੱਜ 195 ਦਿਨ ਦੀ ਆਪਾਂ ਜਿਹੜੀ ਉਹ ਆਰੰਭਤਾ ਕਰਨ ਜਾ ਰਹੇ ਹਾਂ। ਜਿਹੜੇ 4-5 ਦਿਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪਣੇ ਕੋਲ ਵੱਖ-ਵੱਖ ਬੁਲਾਰਿਆਂ ਨੇ ਸਮੂਲੀਅਤ ਕਰਨੀ ਹੈ। ਤੇ ਅੱਜ ਜਿਹੜਾ ਉਹ ਟੌਪਿਕ ਰਹੇਗਾ ਜੀ ਵੱਡੇ ਸਾਹਿਬਜ਼ਾਦੇ। ਤੇ 2 ਦਿਨ ਹੋਰ ਆਪਾਂ ਵੱਡੇ ਸਾਹਿਬਜ਼ਾਦਿਆਂ ਦੇ ਜਿਹੜੀ ਸ਼ਹਾਦਤ ਜੀਵਨ ਤੇ ਗੱਲ ਕਰਾਂਗੇ। ਸੋ ਕੈਂਪ ਦੀ ਆਰੰਭਤਾ ਕਰਦੇ ਹਾਂ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੈਂਪ ਦੀ ਆਰੰਭਤਾ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਜਿੱਦਾਂ ਆਪਾਂ ਜਾਪ ਦੀ ਸੇਵਾ ਕਰਦੇ ਹਾਂ ਜੀ। ਸੋ ਅੱਜ ਸਾਡੇ ਨਾਲ ਬੱਚੇ ਜੁੜੇ ਨੇ ਜੀ। ਸਿਮਰਨਜੀਤ ਕੌਰ ਜੀ, EPP ਨੰਬਰ 13499, ਜੋ ਮੋਗਾ ਜ਼ੋਨ ਤੋਂ ਨੇ। ਸੋ ਬੱਚੇ ਜਾਪ ਦੀ ਸੇਵਾ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੇਟਾ ਜੀ। ਮੈਂ ਅੱਗੇ ਵੀ ਆਪ ਜੀ ਨੂੰ ਬੇਟਾ ਕਈ ਬੱਚਿਆਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਵੀ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਬੇਟਾ ਜੀ, ਆਮ ਕਰਕੇ ਬੱਚੇ ਆ ਜੂਨੀ ਪਾਠ ਕਰਦੇ ਨੇ। ਆ ਜੂਨੀ ਦਾ ਮਤਲਬ ਐੜੇ ਨੂੰ ਕੰਨਾ ਲੱਗਦਾ, ਪਰ ਗੁਰਬਾਣੀ 'ਚ ਐੜਾ ਜੱਜਾ, ਜੱਜੇ ਤੇ ਲੌਂਕੜ, ਨੰਨੇ ਨੂੰ ਬਿਹਾਰੀ ਅਜ਼ੂਨੀ ਪਾਠ ਹੈਗਾ। ਸੋ ਅੱਗੇ ਤੋਂ ਸਾਰੇ ਬੱਚੇ ਆਪਾਂ ਧਿਆਨ ਰੱਖੀਏ ਜੀ। ਸੋ ਵਿਸ਼ਰੀ ਦੀ ਸੇਵਾ ਜੋ ਸਾਡੇ ਨਾਲ ਬੱਚੇ ਜੁੜੇ ਨੇ, ਬੱਚੀ ਗਗਨਦੀਪ ਕੌਰ ਜੀ, ਬੱਚੀ ਜਸਪ੍ਰੀਤ ਕੌਰ ਜੀ, ਬੱਚੀ ਰਮਨਦੀਪ ਕੌਰ ਜੀ, ਜਿਨ੍ਹਾਂ ਦਾ EPP ਨੰਬਰ ਹੈਗਾ ਜੀ 11255 11256 16177 ਬਰਨਾਲਾ ਤੋਂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਹਿੰਦੂਆਂ ਦੇ ਸੁਣ ਕੇ ਦਰਦ ਭਰੇ ਹਟਕੋਰੇ, ਪਿਤਾ ਤੇਗ ਬਹਾਦਰ ਜੀ ਕਹਿ ਕੇ ਆਪ ਦਿੱਲੀ ਵੱਲ ਤੋਰੇ।
पिता तेग बहादुर जी कह के आप दिल्ली वल तोरे, रोको हड़ जुल्मां दा पावन सिर दी पेट चढ़ा के, रखिया हिंद डुबदी नूं कलगीधर सरबंस लुटा के, रखिया हिंद डुबदी नूं कलगीधर सरबंस लुटा के, छड्ड दिता आनंदपुर सी मन के गुरु पंथ दा कहना, जंग होया सरसा ते विच दी हिल पे डूंगे वैणा, जंग होया सरसा ते विच दी हिल पे डूंगे वैणा, 40 सिंह पार होए मुश्किल अपना आप बचा के, रखिया हिंद डुबदी नूं कलगीधर सरबंस लुटा के, रखिया हिंद डुबदी नूं कलगीधर सरबंस लुटा के, रातां सी सियाल दियां सिर ते आईयां कैर दियां कड़ियां, सब खिंड परिवार गया टुटियां जो लाला दियां लड़ियां, सब खिंड परिवार गया टुटियां जो लाला दियां लड़ियां, अरबां दी दौलत नूं तुर गए सरसा विच रुड़ा के, रखिया हिंद डुबदी नूं कलगीधर सरबंस लुटा के, रखिया हिंद डुबदी नूं कलगीधर सरबंस लुटा के, चमकौर गढ़ी नूं सी जा मुगलां ने घेरा पाया, बरिया में अनोखे नूं 1.25 लाख नाल इक लड़ाया, बरिया में अनोखे नूं 1.25 लाख नाल इक लड़ाया, भन ते दंद मुगलां दे सुनहरी जहरी तीर चला के, रखिया हिंद डुबदी नूं कलगीधर सरबंस लुटा के, रखिया हिंद डुबदी नूं कलगीधर सरबंस लुटा के, दादी ते पोत्यां दे उपर सख्त मामले पै गए, जालम बेदर्द बुरे सूबे कोल पकड़ के ले गए, जालम बेदर्द बुरे सूबे कोल पकड़ के ले गए, चिड़िया निर्दोषां नूं पक्कियां कंधां विच खड़ा के, रखिया हिंद डुबदी नूं कलगीधर सरबंस लुटा के, रखिया हिंद डुबदी नूं कलगीधर सरबंस लुटा के, दशमेश पिता दे जी की जग जाने चोज निराले, होए बस्तर लीरा ने कोमल पैरां दे विच छाले, होए बस्तर लीरा ने कोमल पैरां दे विच छाले, विच माछीवाड़े दे सौंदे कीम सराणा ला के, रखिया हिंद डुबदी नूं कलगीधर सरबंस लुटा के, रखिया हिंद डुबदी नूं कलगीधर सरबंस लुटा के, वाहिगुरू जी का खालसा वाहिगुरू जी की फतेह। ਬਹੁਤ ਵਧੀਆ ਬੇਟਾ ਜੀ, ਇਸ ਬੱਚਿਆਂ ਨੇ ਜੋ ਕਵੀਸ਼ਰੀ ਰਾਹੀਂ ਆਪ ਸਭ ਬੱਚਿਆਂ ਨੂੰ ਸੰਤਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਕਵੀਸ਼ਰੀ ਰਾਹੀਂ ਨਿਹਾਲ ਕੀਤਾ ਜੀ। ਆਪ ਜੀ ਦਾ ਬੇਟਾ ਜੀ ਬਹੁਤ ਬਹੁਤ ਧੰਨਵਾਦ। ਸੋ ਦੂਜੇ ਬੱਚਿਆਂ ਨੂੰ ਬੇਨਤੀ, ਜਿਸ ਤਰ੍ਹਾਂ ਕੱਲ ਭੈਣ ਜੀ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਜੋ ਸਫ਼ਰ ਇਹ ਸ਼ਹਾਦਤ ਦਿਨ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਬੱਚੇ ਉਸ ਸ਼ਹਾਦਤ ਨੂੰ ਸਮਰਪਿਤ ਕਵੀਸ਼ਰੀ ਦੀ ਤਿਆਰੀ ਕਰਨ ਤੇ ਉਹਨਾਂ ਨੂੰ ਜੋ ਮੋਬਾਈਲ ਨੰਬਰ ਸਕਰੀਨ ਉੱਪਰ ਬਾਅਦ ਚੋਂ ਆਉਂਦੇ ਨੇ ਸਮਾਪਤੀ ਵੇਲੇ ਤੇ ਉਹਨਾਂ ਨਾਲ ਸੰਪਰਕ ਕਰਕੇ ਮੋਬਾਈਲ ਨੰਬਰ ਤੇ ਗੱਲ ਕਰਕੇ ਤੇ ਆਪਣਾ ਟਾਈਮ ਜਿਹੜਾ ਤੁਸੀਂ ਲੈ ਸਕਦੇ ਹੋ। ਸੋ ਆਪਾਂ ਜਿਹੜਾ ਅਗਲੇ ਸੈਸ਼ਨ ਦੀ ਜਿਹੜੀ ਉਹ ਆਰੰਭਤਾ ਕਰਦੇ ਹਾਂ ਜੀ। ਅੱਜ ਸਾਡੇ ਨਾਲ
ਜੁੜੇ ਨੇ ਜੀ ਭਾਈ ਜਗਜੀਤ ਸਿੰਘ ਜੀ ਚੀਮਾ ਕਲਾਂ ਗੁਰਮਤਿ ਗਿਆਨ ਮਿਸ਼ਨੀ ਕਾਲ ਤੋਂ, ਤੇ ਜਿਹੜੇ ਆਪਣਾ ਵਿਸ਼ਾ ਲੈਣਗੇ ਜੀ, ਜੋ ਵੱਡੇ ਸਾਹਿਬਜ਼ਾਦੇ ਕਾਲ ਤੋਂ ਜਿਹੜਾ ਵਿਸ਼ਾ ਉਹ ਆਰੰਭ ਹੋਇਆ ਜੀ। ਸੋ ਅਗਲੀ ਲੜੀ ਨੂੰ ਜਿਹੜਾ ਉਹ ਅੱਗੇ ਤੋਰਨਗੇ ਜੀ। ਸੋ ਉਹਨਾਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਯੂਕੇ ਵਾਲਿਆਂ ਵੱਲੋਂ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਜਾਂਦਾ ਜੀ। ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ ਵੀਰ ਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ, ਆ ਕਲੀਅਰ ਆ ਰਹੀ ਆਵਾਜ਼ ਆਪ ਜੀ ਦੀ। ਓਕੇ ਓਕੇ ਓਕੇ। ਸਭ ਤੋਂ ਪਹਿਲਾਂ ਤਾਂ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਜਿੰਨੇ ਵੀ ਸਰੋਤੇਜਨ ਨੇ ਜਾਂ ਸੰਗਤਾਂ ਨੇ, ਜਿੰਨੇ ਵੀ ਬੱਚੇ ਜਾਂ ਜਿੱਥੇ ਦੂਰ ਦਰਾਡੇ ਬੈਠੀਆਂ ਸੰਗਤਾਂ ਜੁੜੀਆਂ ਨੇ, ਸਾਰਿਆਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਗੁਰੂ ਕੀ ਸੇਵਾ ਨਾਲ, ਗੁਰਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਦੇ ਨਾਲ ਆਪ ਲਗਾਤਾਰ ਜੁੜੇ ਆ ਰਹੇ ਹੋ। ਮੇਰੇ ਤੋਂ ਪਹਿਲਾਂ ਪਿਆਰੇ ਵੀਰਾਂ ਨੇ ਬੜੇ ਪਿਆਰ ਨਾਲ ਵੱਡੇ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸੰਬੰਧਿਤ ਇਤਿਹਾਸ ਦੀ ਜਿਹੜੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਤਿਹਾਸ ਜੀਂਦੀਆਂ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦਾ ਹੈ। ਜਿਹੜੀਆਂ ਕੌਮਾਂ ਦਾ ਇਤਿਹਾਸ ਖਤਮ ਹੋ ਜਾਵੇ, ਉਹ ਸਦਾ ਲਈ, ਸਦੀਵ ਕਾਲ ਲਈ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਂਦੀਆਂ ਨੇ। ਇਸ ਲਈ ਅਸੀਂ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦੇ ਹਾਂ, ਜਾਂ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੇ ਵੱਡੇ ਵੱਡੇ ਕੀਤੇ ਕਾਰਨਾਮਿਆਂ ਨੂੰ ਅਸੀਂ ਆਪਣੀਆਂ ਪੁਸ਼ਤਾਂ ਤੱਕ, ਪੀੜ੍ਹੀਆਂ ਤੱਕ ਯਾਦ ਕਰਦੇ ਰਹਿੰਦੇ ਹਾਂ, ਤਾਂ ਕਿ ਬਹਾਦਰਾਂ ਦੀ ਕੌਮ ਜਿਹੜੀ ਆ ਉਹਦੇ ਵਿੱਚ ਸਦਾ ਹੀ ਬਹਾਦਰ ਪੈਦਾ ਹੁੰਦੇ ਰਹਿਣ। ਖੈਰ, ਆਪਾਂ ਸ਼ੁਰੂਆਤ ਕਰਦੇ ਹਾਂ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸੰਬੰਧਿਤ। ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਬਚਪਨ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ, ਘਰ ਵਿੱਚ ਬਾਲ ਪੈਦਾ ਹੋਵੇ ਤੇ ਉੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ। ਕਈ ਤਰ੍ਹਾਂ ਦੇ ਭੰਗੜੇ, ਗਾਣੇ, ਨਾਚ ਇਤਿਆਦਿਕ ਬਹੁਤ ਸਾਰੇ ਵੱਖ-ਵੱਖ ਢੰਗਾਂ ਦੇ ਜਿਹੜੇ ਆ ਉਹ ਤਰੀਕੇ ਵਰਤੇ ਜਾਂਦੇ ਨੇ ਖੁਸ਼ੀ ਮਨਾਉਣ ਦੇ। ਤੋ ਕਈ ਵਾਰੀ ਏਦਾਂ ਹੁੰਦਾ ਵਾ ਵੀ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਖੁਸ਼ੀਆਂ ਦਾ ਮੌਕਾ ਵੀ ਵੇਖਣ ਨੂੰ ਦਿੰਦੇ ਹਾਂ, ਜਾਂ ਅਸੀਂ ਉਹਨਾਂ ਦੇ ਖੁਸ਼ੀਆਂ ਦੇ ਮੌਕੇ ਦੇਖਦੇ ਹਾਂ। ਪਰ ਜਿਨ੍ਹਾਂ ਨੇ ਸਾਨੂੰ ਇਹ ਖੁਸ਼ੀਆਂ ਦਿੱਤੀਆਂ ਹੁੰਦੀਆਂ ਨਾ, ਅਸੀਂ ਉਹਨਾਂ ਨੂੰ ਵਸਾ ਦਿੰਦੇ ਹਾਂ, ਜਰਾ ਪਿੱਛੇ ਕਰਕੇ ਰੱਖ ਦਿੰਦੇ ਹਾਂ ਵੀ ਉਹਨਾਂ ਦਾ ਨਾਂ ਸਾਡੇ ਬੱਚਿਆਂ ਨੂੰ ਯਾਦ ਹੁੰਦਾ ਤੇ ਨਾ ਸਾਡੇ ਪਰਿਵਾਰਾਂ ਨੂੰ ਯਾਦ ਹੁੰਦਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਖੁਸ਼ੀ ਦੇ ਟਾਈਮ ਜਾਂ ਗਮੀ ਦੇ ਟਾਈਮ, ਦੋਨਾਂ ਸਮਿਆਂ ਤੇ, ਗਮੀ ਦਾ ਸਮਾਗਮ, ਖੁਸ਼ੀ ਦਾ ਸਮਾਗਮ, ਕੋਈ ਵੀ ਸਮਾਗਮ ਹੋਵੇ, ਚਾਹੇ ਦੁੱਖ ਦੀ ਘੜੀ ਚਾਹੇ ਸੁੱਖ ਦੀ ਘੜੀ ਹੋਵੇ, ਤੇ ਅਰਦਾਸ ਹੁੰਦੀ ਹੈ ਗੁਰੂ ਦੇ ਅੱਗੇ। ਅਰਦਾਸ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ। ਆਪਾਂ ਅਰਦਾਸ ਦਾ ਬੰਦ ਪੜ੍ਹਦੇ ਹਾਂ, ਪੰਜਾਂ ਪਿਆਰਿਆਂ 4 ਸਾਹਿਬਜ਼ਾਦਿਆਂ। ਮੈਂ ਸਾਂਝੇ ਰੂਪ ਦੇ ਵਿੱਚ ਗੱਲ ਕਰਦਾ ਜਾਵਾਂਗਾ। 4 ਸਾਹਿਬਜ਼ਾਦਿਆਂ ਦੀ ਗੱਲ ਆਪਾਂ ਵੱਡੇ ਸਾਹਿਬਜ਼ਾਦਿਆਂ ਦੀ ਕਰਾਂਗੇ ਅੱਜ, ਕਿਉਂਕਿ ਆਪਣਾ ਵਿਸ਼ਾ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਅਰਦਾਸ ਵਿੱਚ 4 ਸਾਹਿਬਜ਼ਾਦਿਆਂ ਨੂੰ ਹੀ ਕਿਉਂ ਯਾਦ ਕੀਤਾ ਜਾਂਦਾ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਵੀ 2 ਸਾਹਿਬਜ਼ਾਦੇ ਹਨ, ਬਾਕੀ ਗੁਰੂ ਸਾਹਿਬਾਨ ਦੇ ਵੀ ਸਾਹਿਬਜ਼ਾਦੇ ਹਨ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਹੀ ਕਿਉਂ ਯਾਦ ਕੀਤਾ ਜਾਂਦਾ ਅਰਦਾਸ ਵਿੱਚ? ਦੇਖੋ, ਜੇ ਆਪਾਂ ਸਹੀ ਰੂਪ ਦੇ ਵਿੱਚ ਵੇਖੀਏ, ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਬਾਬਾ ਫਤਿਹ ਸਿੰਘ ਜੀ ਹਨ। 17 ਸਾਲ ਦੀ ਉਮਰ ਬਾਬਾ ਅਜੀਤ ਸਿੰਘ ਦੀ, 15 ਸਾਲ ਦੀ ਬਾਬਾ ਜੁਝਾਰ ਸਿੰਘ ਦੀ, 9 ਸਾਲ ਦੀ ਉਮਰ ਦੇਖੋ ਬਾਬਾ ਫਤਿਹ ਸਿੰਘ, ਇਹ 7 ਸਾਲ ਦੀ ਬਾਬਾ ਫਤਿਹ ਸਿੰਘ ਦੀ, 9 ਸਾਲ ਦੀ ਬਾਬਾ ਜੋਰਾਵਰ ਸਿੰਘ ਦੀ। ਇਹ ਛੋਟੀਆਂ ਜਿੰਦਾਂ ਨੇ ਵੱਡੇ ਵੱਡੇ ਸਾਕੇ ਕਰਕੇ ਇਤਿਹਾਸ ਰਚਿਆ, ਇਤਿਹਾਸ ਪੈਦਾ ਕੀਤਾ ਹੈ। ਤਾਂ ਹੀ ਅੱਜ ਉਹਨਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ। ਤੇ ਨਾਲ ਇੱਕ ਅਸੀਂ ਇਹ ਵੀ ਕਹਿੰਦੇ ਹਾਂ, ਪੰਜਾਂ ਪਿਆਰਿਆਂ 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਹਾਠੀ ਮੀਨਿੰਗ ਜਿਨ੍ਹਾਂ ਨੇ ਸਿਰੜ ਰੱਖਿਆ, ਜਿਨ੍ਹਾਂ ਨੇ ਆਪਣੇ ਇਰਾਦੇ ਮਜ਼ਬੂਤ ਰੱਖੇ ਨੇ,
ਜਪੀ ਮੀਨਿੰਗ ਜਪਣ ਵਾਲੇ, ਤਪੀ ਮੀਨਿੰਗ ਮਿਹਨਤੀ, ਮਸ਼ੱਕਤ, ਗਿਆ ਮਸ਼ੱਕਤ ਘਾਲ ਜਿਹੜਾ ਸ਼ਬਦ ਪੜ੍ਹਦੇ ਆਪਾਂ, ਮਸ਼ੱਕਤੀ। ਹੁਣ ਇਹਨਾਂ ਨੂੰ ਯਾਦ ਕੀਤਾ ਜਾਂਦਾ ਅਰਦਾਸ ਵਿੱਚ, ਚਾਰ ਸਾਹਿਬਜ਼ਾਦਿਆਂ। ਦੁਨੀਆ ਦੇ ਵਿੱਚ ਇੱਕ ਨਵੇਕਲੀ ਮਿਸਾਲ ਪੈਦਾ ਕਰ ਦੇਣੀ। ਇੱਕ ਪਾਸੇ ਬੜਾ ਵੱਡਾ ਦੁਸ਼ਮਣ ਦਾ 10 ਲੱਖ ਦਾ ਘੇਰਾ, ਇੱਕ ਪਾਸੇ ਮੁੱਠੀ ਭਰ ਸਿੱਖ ਨੇ। ਚਮਕੌਰ ਦੀ ਉਸ ਕੱਚੀ ਹਵੇਲੀ ਦੇ ਵਿੱਚ ਜਿੱਥੇ ਸਰਸਾ ਦੇ ਕਿਨਾਰੇ ਤੋਂ ਪਰਿਵਾਰ ਵਿਛੜਿਆ। ਸੰਖੇਪ ਧਿਆਨ ਨਾਲ ਸ਼ਰਵਣ ਕਰਨਾ। ਸਰਸਾ ਤੋਂ ਪਰਿਵਾਰ ਦਾ ਵਿਛੋੜਾ ਪਿਆ। ਇੱਕ ਵਾਰੀ ਪਰਿਵਾਰ ਵਿਛੜਿਆ, ਗੁਰੂ ਸਾਹਿਬ ਦਾ ਦੁਬਾਰਾ ਮਿਲਾਪ ਨਹੀਂ ਹੋਇਆ। ਸਾਹਿਬਜ਼ਾਦੇ ਇੱਕ ਪਾਸੇ ਚਲੇ ਗਏ। ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬਾਨ ਦੇ ਨਾਲ ਨੇ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਨੇ। ਮਹਿਲ ਮਾਤਾਵਾਂ ਤੇ ਭਾਈ ਮਨੀ ਸਿੰਘ ਇਹ ਦਿੱਲੀ ਵੱਲ ਨੂੰ ਚਾਲੇ ਪਾ ਗਏ ਨੇ। ਤਿੰਨਾਂ ਹਿੱਸਿਆਂ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਵੰਡਿਆ ਗਿਆ। ਜਿਸ ਵਕਤ ਭੁੱਖਾਂ ਤਰੇਹਾਂ ਦੇ ਮਾਰੇ ਠੰਡ ਦੇ ਠੱਕੇ ਦੇ ਵਿੱਚ ਤੁਰੇ ਆਉਂਦੇ ਨੇ ਨੰਗੇ ਪੈਰੀ, ਚਮਕੌਰ ਦੀ ਕੱਚੀ ਹਵੇਲੀ ਦਾ ਇੱਕ ਆਸਰਾ ਲਿਆ। ਅੱਜ ਦਾ ਚੇਤਾ ਰੱਖਿਓ, 22 ਦਸੰਬਰ ਦਾ ਦਿਨ ਵਿਗਿਆਨ ਦੀਆਂ ਨਜ਼ਰਾਂ ਵਿੱਚ, ਦੁਨੀਆ ਵਾਲਿਆਂ ਦੀਆਂ ਨਜ਼ਰਾਂ ਵਿੱਚ ਭਾਵੇਂ ਸਭ ਤੋਂ ਛੋਟਾ ਦਿਨ ਹੋਵੇ, ਪਰ ਜਦੋਂ ਸਿੱਖ ਇਤਿਹਾਸ ਨੂੰ ਪੜ੍ਹਿਆ ਜਾਵੇਗਾ ਨਾ, ਦੁਨੀਆ ਦੇ ਇਤਿਹਾਸ ਵਿੱਚੋਂ ਪੜ੍ਹ ਕੇ ਵੇਖਿਓ, ਕਿਧਰੇ ਵੀ ਐਸੀ ਮਿਸਾਲ ਨਹੀਂ ਮਿਲੇਗੀ। ਸਿੱਖ ਧਰਮ ਵਾਸਤੇ ਅੱਜ ਸਭ ਤੋਂ ਵੱਡਾ ਦਿਨ ਹੈ, ਕਿਉਂਕਿ ਅੱਜ ਦੇ ਦਿਨ 22 ਦਸੰਬਰ ਨੂੰ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀਂਦੇ ਨੇ। ਵੱਖ-ਵੱਖ ਇਤਿਹਾਸਕਾਰਾਂ ਦੀ ਆਪਣੀ ਆਪਣੀ ਰਾਏ ਹੋਵੇਗੀ। ਇਹ ਸ਼ਹੀਦੀਆਂ ਦਾ ਹਫ਼ਤਾ ਮੰਨਿਆ ਜਾਂਦਾ ਹੈ। ਇੱਕ ਦਿਨ ਅੱਗੇ ਪਿੱਛੇ ਹੋ ਗਿਆ ਹੋਵੇ, ਕੋਈ ਇੱਕ ਦਿਨ ਅੱਗੋਂ ਪਿੱਛੋਂ ਬਿਆਨ ਕਰ ਦਿੰਦਾ। 24 ਤਰੀਕ ਤੋਂ ਲੈ ਕੇ 26 ਤਰੀਕ ਤੱਕ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਆ, ਮੁੱਖ ਤੌਰ ਤੇ ਜਿਹੜੀ ਆਪਾਂ ਗੱਲ ਨੂੰ ਸਮਝਣਾ, ਸ਼ਹਾਦਤ ਦਾ ਜਾਮ ਪੀਂਦੇ ਨੇ, ਸ਼ਹੀਦੀ ਦੇ ਦਿੰਦੇ ਨੇ। ਠੱਕੇ ਦੇ ਵਿੱਚ, ਠੰਡ ਦੇ ਦਿਨਾਂ ਵਿੱਚ, ਪੋਹ ਦੀਆਂ ਕਕਰੀਲੀਆਂ ਰਾਤਾਂ ਦੇ ਵਿੱਚ ਤੁਰੇ ਆਉਂਦੇ ਨੇ। ਪਰ ਕਿੰਨੇ ਦ੍ਰਿੜ ਇਰਾਦੇ ਹੋਣਗੇ, ਕਿੰਨਾ ਪਿਆਰਾ ਜੀਵਨ ਹੋਵੇਗਾ, ਕਿੰਨੀਆਂ ਪਿਆਰੀਆਂ ਅਸੀਸਾਂ ਹੋਣਗੀਆਂ। ਜਿਸ ਦਿਨ ਬੱਚਾ ਜਨਮ ਲੈਂਦਾ ਨਾ, ਮਾਂ ਦੀ ਅਸੀਸ ਹੁੰਦੀ ਹੈ ਕਿ ਸਾਡਾ ਪੁੱਤ ਜਵਾਨ ਹੋਵੇਗਾ, ਵੱਡਾ ਹੋਵੇਗਾ, ਇਹ ਸਾਡਾ ਬੁਢਾਪੇ ਦਾ ਸਹਾਰਾ ਬਣੇਗਾ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਘਰ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਅਜੀਤ ਸਿੰਘ ਦਾ ਜਨਮ ਹੋਇਆ। ਬਾਬਾ ਅਜੀਤ ਸਿੰਘ ਜਨਮੇ, ਬਾਬਾ ਜੁਝਾਰ ਸਿੰਘ ਜਨਮੇ। ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਵੀ ਇਹ ਪੂਰੇ ਦੁਨੀਆ ਦਾ ਸਹਾਰਾ ਬਣਨਗੇ, ਮਜ਼ਲੂਮਾਂ ਦਾ ਸਹਾਰਾ ਬਣਨਗੇ, ਬੇਸਹਾਰਿਆਂ ਦਾ ਸਹਾਰਾ ਬਣਨਗੇ। ਹੁਣ ਸਭ ਤੋਂ ਗੱਲ ਜਿਹੜੀ ਵੇਖਣ ਵਾਲੀ ਇਹ ਹੈ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜਿਹੜੇ ਇਹ ਸਾਹਿਬਜ਼ਾਦੇ ਸ਼ਹਾਦਤ ਦਿੰਦੇ ਨੇ, ਕਿ ਗੁਰੂ ਸਾਹਿਬ ਜੀ ਦਾ ਕੋਈ ਸਾਡੇ ਵਾਂਗੂ ਕਿਸੇ ਪ੍ਰਾਪਰਟੀ ਦਾ, ਕਿਸੇ ਧਨ ਦਾ, ਕਿਸੇ ਪੈਸੇ ਦਾ, ਕਿਸੇ ਜ਼ਮੀਨ ਦਾ ਝਗੜਾ ਸੀ? ਕੋਈ ਝਗੜਾ ਨਹੀਂ ਸੀ। ਇਦਾਂ ਦਾ ਕੋਈ ਝਗੜਾ ਨਹੀਂ ਸੀ। ਨਿੱਜੀ ਮਫਾਦਾਂ ਵਾਸਤੇ ਗੁਰੂ ਸਾਹਿਬ ਨੇ ਜੰਗਾਂ ਨਹੀਂ ਲੜੀਆਂ। ਆਪਣੇ ਨਿੱਜੀ ਹੱਕਾਂ ਵਾਸਤੇ ਗੁਰੂ ਸਾਹਿਬ ਜੀ ਨੇ ਆਪਣਾ ਪਰਿਵਾਰ ਨਹੀਂ ਵਾਰਿਆ। ਸਗੋਂ ਦੁਨੀਆ ਦੇ ਵਾਸਤੇ, ਸਮਾਜ ਵਾਸਤੇ, ਮਾਨਵਤਾ ਦੇ ਵਾਸਤੇ, ਮਨੁੱਖਤਾ ਦੇ ਵਾਸਤੇ ਸਤਿਗੁਰੂ ਮਹਾਰਾਜ ਨੇ ਆਪਣਾ ਪਰਿਵਾਰ ਸਾਰਾ ਹੀ ਲੇਖੇ ਲਾ ਦਿੱਤਾ ਧਰਮ ਦੇ। ਫਿਰ ਮੈਂ ਜਿਹੜੀ ਗੱਲ ਕਰਨ ਲੱਗਾ ਸੀ, ਪੋਹ ਦੀਆਂ ਕਕਰੀਲੀਆਂ ਰਾਤਾਂ ਦੇ ਵਿੱਚ ਭੁੱਖਣ ਭਾਣੇ, ਤਨ ਤੇ ਪਹਿਨਣ ਵਾਸਤੇ ਚੰਗੇ ਕੱਪੜੇ ਵੀ ਨਹੀਂ ਹੈਗੇ ਮੋਟੇ। ਸਰਸਾ ਜਿਹੜੀ ਆ ਉਹ ਪਾਣੀ ਦੇ ਵਹਾਅ ਦੇ ਵਿੱਚੋਂ ਦੀ ਲੰਘ ਕੇ ਗੁਜ਼ਰ ਕੇ ਤੇ ਅੱਗੇ ਉਹ ਪਹੁੰਚੇ ਨੇ ਚਮਕੌਰ ਦੀ ਕੱਚੀ ਹਵੇਲੀ ਦੇ ਵਿੱਚ, ਜਿਹੜੀ ਬੁੱਧੀ ਚੰਦ ਦੀ ਹਵੇਲੀ ਹੈ, ਉੱਥੇ ਪਹੁੰਚੇ ਨੇ। ਉਸ ਤੋਂ ਬਾਅਦ ਇਹ ਪਤਾ ਲੱਗਾ ਦਿੱਲੀ ਤੋਂ ਫੌਜ, ਭਾਰੀ ਫੌਜ ਚੱਲ ਕੇ ਆ ਗਈ ਹੈ। ਉਧਰੋਂ ਆਨੰਦਪੁਰ ਸਾਹਿਬ ਦੇ ਘੇਰੇ ਵਾਲੀ ਜਿਹੜੀ ਫੌਜ ਸੀ, ਬਾਕੀ ਉਹ ਵੀ ਸਾਰੀ ਇਕੱਠੀ ਹੋ ਗਈ ਹੈ। 4 ਚਫੇਰਿਓਂ ਸਰਹੰਦ ਦਾ ਨਾਜ਼ਮ, ਦਿੱਲੀ ਦਾ ਨਾਜ਼ਮ ਤੇ ਉਧਰੋਂ ਲਾਹੌਰ ਦਾ ਨਾਜ਼ਮ, ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਘੇਰਾ ਪਾ ਲਿਆ। ਵੱਡੀ ਫੌਜ, ਵੱਡੀ ਗਿਣਤੀ ਕਹਿ ਸਕਦੇ ਆਪਾਂ, ਵੱਡੀ ਗਿਣਤੀ ਦਾ ਘੇਰਾ ਪਿਆ ਹੋਇਆ। ਜਿਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਵੱਡੀ ਗਿਣਤੀ ਦੇ ਘੇਰੇ ਨੂੰ ਤੱਕਿਆ ਤਾਂ ਬੜੇ ਬੜੇ ਦ੍ਰਿੜ ਇਰਾਦਿਆਂ ਵਾਲੇ, ਵੱਡੇ ਹੌਸਲੇ ਵਾਲੇ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਨੇ। ਭਾਈ ਧਰਮ ਸਿੰਘ ਵਰਗੇ, ਭਾਈ ਦਇਆ ਸਿੰਘ ਵਰਗੇ, ਭਾਈ ਮਾਨ ਸਿੰਘ ਵਰਗੇ ਕਿੰਨੇ ਬਹਾਦਰ ਸੂਰਬੀਰ ਯੋਧੇ ਨੇ। ਔਰ ਬਾਬਾ ਜੀਵਨ ਸਿੰਘ ਵਰਗੇ, ਇਹ ਬੜੇ ਤਗੜੇ ਤਗੜੇ ਦ੍ਰਿੜ ਇਰਾਦਿਆਂ ਵਾਲੇ ਯੋਧੇ ਗੁਰੂ ਸਾਹਿਬ ਦੇ ਨਾਲ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੀ
ਚਮਕੌਰ ਦੀ ਕੱਚੀ ਹਵੇਲੀ ਦੇ ਵਿੱਚ ਆਪਣਾ ਦ੍ਰਿੜ ਇਰਾਦਾ ਬਣਾ ਕੇ ਬੈਠੇ ਨੇ ਕਿ ਇੱਥੇ ਸ਼ਹੀਦੀ ਦੇਣੀ। ਚਲੋ ਖਾਲਸਾ ਪੰਥ ਇਕੱਤਰ ਹੋ ਕੇ ਕੀ ਹੁਕਮ ਲਾਉਂਦਾ ਉਹ ਆਪਾਂ ਗੱਲ ਬਾਅਦ ਵਿੱਚ ਕਰਾਂਗੇ। ਜਿਹੜੀਆਂ ਬਚਪਨ ਦੀਆਂ ਅਸੀਸਾਂ ਮਾਂ ਗੁਜਰ ਕੌਰ ਨੇ ਗੋਦ ਵਿੱਚ ਬਿਠਾ ਕੇ ਉਹਨਾਂ ਸਾਹਿਬਜ਼ਾਦਿਆਂ ਨੂੰ ਦਿੱਤੀਆਂ ਸੀ ਨਾ, ਅੱਜ ਉਹਨਾਂ ਅਸੀਸਾਂ ਨੇ ਆਪਣਾ ਅਸਲੀ ਰੂਪ ਜਿਹੜਾ ਚਮਕੌਰ ਦੀ ਧਰਤੀ ਤੇ ਪ੍ਰਗਟਾਉਣਾ। ਅਸਲੀ ਰੂਪ ਜਿਹੜਾ ਸੀ, ਸਾਡੇ ਘਰਾਂ 'ਚ ਬੱਚੇ ਪੈਦਾ ਹੁੰਦੇ ਨੇ, ਬੱਚੇ ਜਨਮਦੇ ਨੇ, ਜਵਾਨ ਹੁੰਦੇ ਨੇ, ਮਾਂ-ਬਾਪ ਅਸੀਸਾਂ ਦਿੰਦਾ, ਕਈ ਤਰ੍ਹਾਂ ਦੀਆਂ ਅਸੀਸਾਂ ਦਿੰਦਾ, ਲੰਮੀਆਂ ਉਮਰਾਂ ਹੋਣ, ਚੰਗੇ ਕਾਰੋਬਾਰ ਹੋਣ, ਤਰੱਕੀਆਂ ਕਰੋ ਇਤਿਆਦਿਕ। ਪਰ ਮਾਂ ਗੁਜਰ ਕੌਰ, ਜਿਨ੍ਹਾਂ ਨੂੰ ਦਾਦੀ ਮਾਂ ਗੁਜਰ ਕੌਰ ਦੀ ਗੋਦ ਮਿਲੀ ਤੇ ਮਾਂ ਗੁਜਰ ਕੌਰ ਨੇ ਅਸੀਸਾਂ ਏਦਾਂ ਦੀਆਂ ਦਿੱਤੀਆਂ ਵੀ ਪਿਆਰੇ ਬੱਚਿਓ, ਤੁਸੀਂ ਧਰਮ ਦੇ ਲੇਖੇ ਜਾਨਾਂ ਲਾਉਣੀਆਂ ਨੇ, ਤੁਹਾਡੇ ਦਾਦੇ ਪੜਦਾਦੇ ਨੇ ਧਰਮ ਦੇ ਲੇਖੇ ਜਾਨਾਂ ਲਾਈਆਂ, ਪਰ ਆਪਣਾ ਈਮਾਨ, ਆਪਣਾ ਜ਼ਮੀਰ, ਆਪਣੇ ਇਰਾਦੇ, ਆਪਣੇ ਅਕੀਦੇ ਵਿਸ਼ਵਾਸ ਤੋਂ ਨਹੀਂ ਡੋਲੇ। ਇੰਨੀ ਵੱਡੀ ਜਿਹੜੀ ਹੈ ਸਿੱਖਿਆ ਭਾਈ ਦਇਆਲਾ ਜੀ ਦੇਗ ਵਿੱਚ ਉਬਲਦੇ ਮਾਂ ਗੁਜਰ ਕੌਰ ਨੇ ਵਿਖਾ ਦਿੱਤੇ ਸਾਹਿਬਜ਼ਾਦਿਆਂ। ਭਾਈ ਮਤੀ ਦਾਸ ਸਾਰੇ ਨਾਲ ਚੀਰਿਆ ਜਾਂਦਾ, ਆਪਣੀ ਸਿੱਖਿਆ ਦੇ ਰਾਹੀਂ ਦਿਖਾਇਆ ਵੀ ਦੇਖੋ ਕਿੰਨੇ ਦ੍ਰਿੜ ਇਰਾਦੇ ਵਾਲਾ ਸੀ। ਭਾਈ ਦਇਆਲਾ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ, ਇਹਨਾਂ ਦੀ ਸ਼ਹੀਦੀ ਦੇ ਸਾਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਸਾਕਾ ਜਿਹੜਾ ਦਿੱਲੀ ਦੇ ਚਾਂਦਨੀ ਚੌਕ ਦਾ ਉਹ ਨਕਸ਼ਾ ਸਾਹਿਬਜ਼ਾਦਿਆਂ ਦੇ ਅੱਖਾਂ ਦੇ ਸਾਹਮਣੇ ਮਾਂ ਗੁਜਰ ਕੌਰ ਲਿਆਉਂਦੀ ਰਹੀ। ਇਸੇ ਕਰਕੇ ਤਾਂ ਅੱਜ ਇਸ ਗੱਲ ਦਾ ਰੌਲਾ ਪੈਂਦਾ ਵੀ ਸਾਡੇ ਬੱਚੇ ਅੱਜ ਇਤਿਹਾਸ ਤੋਂ ਵਾਂਝੇ ਹੋਣ ਕਰਕੇ, ਗੁਰਮਤ ਤੋਂ ਵਾਂਝੇ ਹੋਣ ਕਰਕੇ, ਕੋਈ ਕੇਸ ਕਤਲ ਕਰਵਾ ਰਿਹਾ, ਕੋਈ ਨਸ਼ਿਆਂ ਨੂੰ ਤੁਰ ਗਿਆ, ਕੋਈ ਕਿਸੇ ਪਾਸੇ ਤੁਰ ਗਿਆ, ਜਾਂ ਕੋਈ ਗਲਤ ਜਿਹੜਾ ਵਾ ਸੁਸਾਇਟੀ ਦਾ ਜਿਹੜਾ ਪ੍ਰਭਾਵ ਕਬੂਲ ਰਿਹਾ ਹੈ। ਇਹ ਪ੍ਰੋਬਲਮ ਅਸਲ ਵਿੱਚ ਤਾਂ ਹੀ ਕ੍ਰੀਏਟ ਹੋਈ ਹੈ ਕਿਉਂਕਿ ਅਸੀਂ ਆਪਣੀ ਜਿਹੜੀ ਆ ਤਵਾਰੀਖ ਹੈ ਉਹਦੇ ਤੋਂ ਦੂਰ ਹੋ ਗਏ ਹਾਂ, ਭੁੱਲ ਗਏ ਹਾਂ ਉਹਨੂੰ, ਆਪਣੇ ਬਜ਼ੁਰਗਾਂ ਦੇ ਸਾਕਿਆਂ ਨੂੰ ਭੁੱਲ ਗਏ ਹਾਂ, ਵਿਸਾਰ ਚੁੱਕੇ ਹਾਂ। ਇਸ ਕਰਕੇ ਅਸੀਂ ਜਿਹੜਾ ਅੱਜ ਕੁਰਾਏ ਪਏ ਹੋਏ, ਕੋਈ ਭਰਮਾਂ ਪਖੰਡਾਂ ਦੇ ਵਿੱਚ, ਕੋਈ ਵਹਿਮਾਂ ਦੇ ਵਿੱਚ, ਇਤਿਆਦਿਕ ਗੱਲਾਂ ਜਿਹੜੀਆਂ ਕਿ ਤੁਸੀਂ ਰੈਗੂਲਰ ਇਸ ਕੈਂਪ ਦੇ ਦੌਰਾਨ ਜਿਹੜੀਆਂ ਸੁਣਦੇ ਆ ਰਹੇ, ਜੋ ਕੁਝ ਵਾਪਰ ਰਿਹਾ ਤੁਸੀਂ ਅੱਖਾਂ ਨਾਲ ਵੀ ਦੇਖ ਰਹੇ ਹੋ ਪੰਜਾਬ ਦੀ ਧਰਤੀ ਤੇ। ਖੈਰ, ਕਿਤੇ ਨਾ ਕਿਤੇ ਅਸੀਂ ਇਸ ਚੀਜ਼ ਨੂੰ ਵਸਾਰਿਆ ਹੋਇਆ। ਜੇ ਅੱਜ ਸਾਡੀ ਕੌਮ ਦੇ ਵਿੱਚ ਗਦਾਰ ਪੈਦਾ ਹੋ ਰਹੇ ਨੇ ਨਾ, ਗੰਗੂ ਵਰਗੇ, ਚੰਦੂ ਵਰਗੇ, ਧਿਆਨ ਸਿੰਘ ਵਰਗੇ, ਇਹ ਜੇ ਇਹੋ ਜਿਹੇ ਡੋਗਰੇ ਜਾਂ ਇਹੋ ਜਿਹੇ ਗਦਾਰ ਪੈਦਾ ਹੁੰਦੇ ਨੇ ਨਾ, ਉਹਦਾ ਕਾਰਨ ਇੱਕੋ ਹੈ ਕਿ ਉਹ ਆਪਣੀ ਸੰਸਕ੍ਰਿਤੀ ਨੂੰ, ਆਪਣੇ ਜਿਹੜਾ ਮੂਲ ਸੱਭਿਆਚਾਰ ਜਿਹੜਾ ਉਹਦੇ ਤੋਂ ਕਿਤੇ ਨਾ ਕਿਤੇ ਟੁੱਟੇ ਹੋਏ ਨੇ। ਇਸ ਕਰਕੇ ਉਹ ਆਪਣੀ ਕੌਮ ਨਾਲ ਗਦਾਰੀ ਕਰਨ ਤੋਂ ਕਦੀ ਵੀ ਗੁਰੇਜ਼ ਨਹੀਂ ਕਰਦੇ। ਤੋ ਖੈਰ, ਮਾਂ ਗੁਜਰ ਕੌਰ ਨੇ ਗੋਦ ਵਿੱਚ ਬਿਠਾ ਕੇ ਅਸੀਸ ਦਿੱਤੀ, ਪਿਆਰੇ ਬੱਚਿਓ, ਤੁਹਾਡੇ ਦਾਦੇ ਨੇ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਕ ਵਿੱਚ ਜਾ ਕੇ ਮਾਨਵਤਾ ਦੇ ਲਈ ਸ਼ਹਾਦਤ ਦਿੱਤੀ ਹੈ, ਮਨੁੱਖੀ ਅਧਿਕਾਰਾਂ ਦੇ ਲਈ ਆਪਣੀ ਕੁਰਬਾਨੀ ਕੀਤੀ ਹੈ। ਤੇ ਪਿਆਰੇ ਬੱਚਿਓ, ਕਿਧਰੇ ਇਹਨੂੰ ਵਿਸਾਰ ਨਾ ਦੇਣਾ, ਇਹਨੂੰ ਚੇਤੇ ਰੱਖਣਾ। ਤੇ ਇਹ ਜਦੋਂ ਆਪਾਂ ਇਤਿਹਾਸ ਪੜਾਂਗੇ, ਕਿੰਨੀਆਂ ਸੋਹਣੀਆਂ ਕਾਵ ਰੂਪ ਦੇ ਵਿੱਚ ਸਤਰਾਂ ਸਾਨੂੰ ਮਿਲਦੀਆਂ ਵੀ ਬਾਬਾ ਅਜੀਤ ਸਿੰਘ ਦਾ ਕਿੰਨਾ ਪਿਆਰਾ ਜਵਾਬ ਸੀ ਚਮਕੌਰ ਦੇ ਯੁੱਧ ਵਿੱਚ, ਜਦੋਂ ਬਾਬਾ ਅਜੀਤ ਸਿੰਘ ਨੂੰ ਤਿਆਰ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਭੇਜਣ ਲੱਗੇ ਨੇ। ਤੇ ਬਾਬਾ ਅਜੀਤ ਸਿੰਘ ਨੂੰ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਕਿ ਅਜੀਤ ਸਿੰਘਾ ਵੀ ਵੇਖ, ਤੂੰ ਮੁੱਛ ਫੁੱਟ ਹੈ, ਗੱਭਰੂ ਹੈ, 17 ਸਾਲ ਦੀ ਤੇਰੀ ਉਮਰ ਹੈ, ਕਿਤੇ ਮਨ 'ਚ ਕੋਈ ਤੌਖਲਾ ਤਾਂ ਨਹੀਂ, ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਤਾਂ ਨਹੀਂ। ਅਜੀਤ ਸਿੰਘਾ ਵੇਖ, ਜੇ ਕਿਧਰੇ ਮਨ ਵਿੱਚ ਕੋਈ ਸ਼ੰਕਾ, ਤੇ ਬਾਬਾ ਅਜੀਤ ਸਿੰਘ ਦਾ ਅੱਗੋਂ ਜਵਾਬ ਕਿੰਨਾ ਪਿਆਰਾ ਸੀ। ਉਹ ਕਾਵ ਦੀਆਂ ਸਤਰਾਂ ਆਪਾਂ ਪੜ੍ਹਦੇ ਹਾਂ ਨਾ, ਬਾਬਾ ਅਜੀਤ ਸਿੰਘ ਨੇ ਜਵਾਬ ਦਿੱਤਾ, ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਗਿਆ तो ਅਗਰ ਜੀਤਾ ਨਹੀਂ ਆਊਂਗਾ। ਵੀ ਜੇ ਮੈਨੂੰ ਕਿਸੇ ਜਿੱਤ ਲਿਆ ਤੇ ਮੈਂ ਜਿਉਂਦਾ ਵਾਪਸ ਨਹੀਂ ਮੁੜਾਂਗਾ। ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਮੈਨੂੰ ਕੋਈ ਜਿੱਤ ਨਹੀਂ ਸਕਦਾ। ਪਾਤਸ਼ਾਹ, ਤੁਹਾਡਾ ਪਿੱਠ ਤੇ ਥਾਪੜਾ ਚਾਹੀਦਾ ਮੈਨੂੰ। ਗੁਰੂ ਸਾਹਿਬ, ਗੁਰੂ ਪਿਤਾ ਜੀ, ਤੁਹਾਡਾ ਥਾਪੜਾ ਚਾਹੀਦਾ ਹੈ, ਤੁਹਾਡੀ ਅਸੀਸ ਚਾਹੀਦੀ ਹੈ। ਮੈਨੂੰ ਮਾਂ ਗੁਜਰ ਕੌਰ ਦੀਆਂ ਜਿਹੜੀਆਂ ਸਿੱਖਿਆਵਾਂ ਵਾ ਕਦੀ ਹਾਰ ਦਾ ਮੂੰਹ ਨਹੀਂ ਦੇਖਣ ਦੇਣਗੀਆਂ। ਬਸ ਸ਼ਰਤ ਹੈ ਜੇ ਅੱਜ ਦੀ ਦਾਦੀ ਮਾਂ ਗੁਜਰ ਕੌਰ ਵਰਗਾ ਰੋਲ ਨਿਭਾਵੇ ਨਾ, ਮਾਂ ਗੁਜਰ ਕੌਰ ਵਰਗਾ ਜੇ ਅੱਜ ਦੀ ਦਾਦੀ ਰੋਲ ਨਿਭਾ ਦੇ, ਤੇ ਕਦੀ ਵੀ ਅੱਜ ਦਾ ਨੌਜਵਾਨ, ਅੱਜ ਦਾ ਬੱਚਾ ਕੁਰਾਏ ਨਹੀਂ ਪਵੇਗਾ। ਅੱਜ ਦਾ ਬੱਚਾ ਫਿਲਮੀ ਐਕਟਰਾਂ ਦੇ ਨਾਮ ਦੱਸ ਸਕਦਾ ਹੈ, ਅੱਜ ਦਾ ਬੱਚਾ ਗੀਤਕਾਰਾਂ ਤੇ ਗਾਇਕਾਂ ਦੇ ਨਾਮ ਦੱਸ ਸਕਦਾ ਹੈ, ਅੱਜ ਦਾ ਬੱਚਾ ਕਈ ਤਰ੍ਹਾਂ ਦੀਆਂ ਸੀਰੀਅਲ ਦੀਆਂ ਸਟੋਰੀਆਂ ਸੁਣਾ ਸਕਦਾ ਹੈ। ਪਰ ਮਾਫ ਕਰਨਾ,
ਜੇ ਸੱਚਮੁੱਚ ਮਾਂ ਗੁਜਰ ਕੌਰ ਵਰਗਾ ਦਾਦੀ ਰੋਲ ਨਿਭਾ ਦਿੰਦੀ ਨਾ, ਤੇ ਅੱਜ ਦੇ ਬੱਚੇ ਨੂੰ ਇਹ ਵੀ ਪਤਾ ਹੋਣਾ ਸੀ ਵੀ ਫਤਿਹ ਸਿੰਘ ਕੌਣ ਹੈ, ਤੇ ਤਾਰੂ ਸਿੰਘ ਕੌਣ ਹੈ, ਤੇ ਸ਼ਾਮ ਸਿੰਘ ਅਟਾਰੀ ਕੌਣ ਹੈ, ਤੇ ਕੌਣ ਹੈ ਜੱਸਾ ਸਿੰਘ ਆਹਲੂਵਾਲੀਆ, ਤੇ ਕੌਣ ਹੈ ਸਰਦਾਰ ਬਘੇਲ ਸਿੰਘ, ਜਿਨ੍ਹਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ। ਅੱਜ ਬੱਚੇ ਦੇਖਦੇ ਨੇ। ਤੁਸੀਂ, ਮੈਂ ਥੋੜਾ ਜਿਹਾ ਵਿਸ਼ੇ ਤੋਂ ਥੋੜਾ ਜਿਹਾ ਪਾਸੇ ਹੋ ਕੇ ਟੱਚ ਕਰਨ ਦਾ ਯਤਨ ਕਰਾਂਗਾ, ਤਾਂ ਕਿ ਸਮੇਂ ਦੇ ਨਾਲ ਅਸੀਂ ਉਸ ਚੀਜ਼ ਨੂੰ ਵੇਖਾਂਗੇ ਤੇ ਤਾਂ ਪਤਾ ਲੱਗੇਗਾ। ਦਿੱਲੀ ਫਤਿਹ ਕੀਤੀ ਸਿੱਖਾਂ ਨੇ। ਅੱਜ ਦਿੱਲੀ ਦਾ ਮੋਰਚਾ ਲੱਗਾ ਹੈ, ਤੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਏਦਾਂ ਦਾ ਹੋਇਆ। ਸਾਡੇ ਇਤਿਹਾਸ ਵਿੱਚ ਇਹ ਬੱਚਿਆਂ ਨੂੰ ਲੱਗਦਾ ਕਿ ਪਹਿਲੀ ਵਾਰੀ ਏਦਾਂ ਦਾ ਹੋਇਆ, ਪਰ ਨਹੀਂ। ਕਿੰਨੀ ਵਾਰ ਸਿੱਖਾਂ ਨੇ ਇਸ ਦਿੱਲੀ ਤੇ ਹਮਲਾ ਕੀਤਾ ਤੇ ਦਿੱਲੀ ਨੂੰ ਫਤਿਹ ਕੀਤਾ। ਕੌਣ ਸਾਨੂੰ, ਜਿਨ੍ਹਾਂ ਨੇ ਪਰਿਵਾਰਾਂ ਦੇ ਵਿੱਚ ਬੈਠ ਕੇ ਚੰਗੀ ਤਾਲੀਮ ਹਾਸਲ ਕੀਤੀ ਸੀ, ਜਿਨ੍ਹਾਂ ਦੇ ਇਰਾਦੇ ਗੁਰੂ ਕੀ ਸਿੱਖਿਆ ਦੇ ਦੁਆਰਾ ਬੜੇ ਮਜ਼ਬੂਤ ਤੇ ਦ੍ਰਿੜ ਸਨ। ਇਹ ਉਹ ਲੋਕ ਸਨ ਜਿਨ੍ਹਾਂ ਨੇ ਦਿੱਲੀ ਨੂੰ ਫਤਿਹ ਕਰਕੇ ਤੇ ਕੇਸਰੀ ਨਿਸ਼ਾਨ ਚਲਾ ਕੇ ਤੇ ਖਾਲਸੇ ਦਾ ਰਾਜ ਪੈਦਾ ਕੀਤਾ। ਕੌਣ ਸਨ? ਖੰਡੇ ਬਾਟੇ ਦੀ ਪੌਲ ਲੈਣ ਵਾਲੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਸਿੱਖਿਆਵਾਂ ਮੁਤਾਬਕ ਜਿਉਣ ਵਾਲੇ, ਇਹ ਉਹ ਗੁਰੂ ਕੇ ਸਿੱਖ ਸਨ। ਪਰ ਕਈ ਵਾਰ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਵੀ ਜਿਵੇਂ ਜਿਹੜਾ ਜੀਵਨ ਅਸੀਂ ਜਿਉ ਰਹੇ ਹਾਂ ਨਾ, ਸ਼ਾਇਦ ਗੁਰੂ ਸਾਹਿਬ ਦੇ ਬੱਚਿਆਂ ਦਾ ਵੀ ਏਦਾਂ ਦਾ ਜੀਵਨ ਸੀ। ਨਹੀਂ ਨਹੀਂ ਨਹੀਂ, ਸ਼ਾਇਦ ਗੁਰੂ ਸਾਹਿਬ ਦੀ ਮਾਂ ਮਾਤਾ ਗੁਜਰ ਕੌਰ ਦਾ ਵੀ ਜੀਵਨ ਏਦਾਂ ਦਾ ਸੀ। ਨਹੀਂ, ਜਿਸ ਮਾਂ ਨੇ ਬੱਚਿਆਂ ਨੂੰ ਕੋਲ ਬਿਠਾ ਕੇ ਸਿੱਖਿਆਵਾਂ ਦਿੱਤੀਆਂ ਹੋਣ, ਤੇ ਉਹਨਾਂ ਬੱਚਿਆਂ ਨੂੰ ਗੰਗੂ ਵਰਗੇ, ਸੁੱਚਾਨੰਦ ਵਰਗੇ ਇਹੋ ਗੱਲਾਂ ਕਹਿੰਦੇ ਰਹੇ। ਸੁੱਚਾਨੰਦ ਵਰਗੇ, ਇਹ ਤਾਂ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ। ਸਿਆਣਿਆਂ ਦੀ ਕਹਾਵਤ ਹੈ ਕਿ ਜੇ ਖੇਤੀਬਾੜੀ ਦੇ ਔਜ਼ਾਰ ਸੰਦ ਜਿਹੜੇ ਨੇ ਨਾ, ਉਹਨਾਂ ਨੂੰ ਚੰਡ ਕੇ ਰੱਖਿਆ ਜਾਵੇ ਨਾ, ਵਧੀਆ ਢੰਗ ਨਾਲ ਰੱਖਿਆ ਜਾਵੇ, ਤੇ ਉਹ ਸਾਨੂੰ ਵਧੀਆ ਸਾਡੇ ਅੱਗੇ ਭਵਿੱਖ ਵਿੱਚ ਲੋੜ ਦੇ ਲਈ ਕੰਮ ਆਉਂਦੇ ਨੇ। ਵਧੀਆ ਢੰਗ ਨਾਲ ਅਸੀਂ ਉਹਨਾਂ ਤੋਂ ਕੰਮ ਲੈ ਸਕਦੇ ਹਾਂ। ਬੱਚਾ ਚੰਗੀਆਂ ਸਿੱਖਿਆਵਾਂ ਦੇ ਦੁਆਰਾ ਜੇ ਬੱਚੇ ਦਾ ਜੀਵਨ ਘੜਿਆ ਜਾਵੇ ਨਾ, ਤੇ ਆਉਣ ਵਾਲੇ ਫਿਊਚਰ ਭਵਿੱਖ ਦੇ ਵਿੱਚ ਸਾਡਾ ਬੁਢਾਪਾ ਵੀ ਸਹੀ ਹੋਵੇਗਾ, ਸਾਡਾ ਪਰਿਵਾਰਕ ਮਾਹੌਲ ਵੀ ਅੱਛਾ ਹੋਵੇਗਾ, ਤੇ ਸਾਡਾ ਆਲਾ ਦੁਆਲਾ ਤੇ ਸਾਡਾ ਸਮਾਜ ਤੇ ਸਾਡਾ ਸਾਰਾ ਦੇਸ਼, ਸਾਰੀ ਦੁਨੀਆ ਅਸੀਂ ਸੋਹਣੀ ਬਣਾ ਸਕਦੇ ਹਾਂ। ਤੋ ਖੈਰ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬੱਚਿਆਂ ਨੂੰ, ਇਹਨਾਂ ਪਾਵਨ ਬਚਨਾਂ ਨੂੰ ਅਸੀਂ ਚੇਤੇ ਰੱਖੀਏ, ਜਿਹੜੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਤੁਰਨ ਲੱਗਿਆਂ ਜੀਤ ਸਿੰਘ ਨੂੰ ਕਹੇ ਵੀ ਜੀਤ ਸਿੰਘ ਆਪੇ ਕਿਤੇ ਤੌਖਲਾ ਤਾਂ ਨਹੀਂ ਕੋਈ। ਸਾਡਾ ਬੱਚਾ ਕਿਤੇ ਵੀ ਜਾਵੇ ਤੇ ਸਾਨੂੰ ਇਹ ਉਸ ਬੱਚੇ ਨਾਲ ਸਾਂਝ ਕਰਨੀ ਚਾਹੀਦੀ, ਆਪਣੇ ਨਾਲ ਪਰਿਵਾਰਕ ਮਾਹੌਲ ਵਿੱਚ ਬਹਿ ਕੇ, ਕਿ ਤੂੰ ਫਲਾਣੀ ਥਾਂ ਤੇ ਜਾ ਰਿਹਾ, ਵੀ ਤੇਰੇ ਮਨ 'ਚ ਕੋਈ ਸ਼ੰਕਾ, ਤੇਰੇ ਮਨ 'ਚ ਕੋਈ ਡਰ ਭੈ, ਤੇਰੇ ਮਨ ਦੇ ਵਿੱਚ ਕੋਈ ਹੋਰ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਵਾਲੀ ਗੱਲ, ਤੇ ਸਾਡਾ ਬੱਚਾ ਸਾਨੂੰ ਅੱਗੋਂ ਕਿਹੜੇ ਸ਼ਬਦਾਂ ਨਾਲ ਸੰਬੋਧਨ ਹੁੰਦਾ ਹੈ, ਉਹਦੇ ਵਿੱਚੋਂ ਬੱਚੇ ਦੀ ਜਿਹੜੀ ਆ ਵਿਸ਼ਵਾਸ ਦਾ, ਅਕੀਦੇ ਦਾ, ਜਾਂ ਉਹਦੀ ਦ੍ਰਿੜਤਾ ਦਾ ਪਤਾ ਲੱਗਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤੁਰਨ ਲੱਗਿਆਂ ਅਜੀਤ ਸਿੰਘ ਨੂੰ ਵੇਖਿਆ ਵੀ ਅਜੀਤ ਸਿੰਘ ਤਲਵਾਰ ਵੀ ਵਧੀਆ ਚਲਾ ਲੈਂਦਾ ਹੈ, ਨਿਸ਼ਾਨਚੀ ਵੀ ਬੜਾ ਹੈ, ਤੀਰ ਅੰਦਾਜ਼ੀ 'ਚ ਵੀ ਬੜਾ ਮਾਹਰ ਹੈ, ਘੋੜ ਸਵਾਰੀ 'ਚ ਵੀ ਬੜਾ ਮਾਹਰ ਹੈ, ਕਿਤੇ ਮਨ ਦੇ ਅੰਦਰ ਕੋਈ ਸ਼ੰਕਾ ਕਿਸੇ ਤਰ੍ਹਾਂ ਦਾ ਨਾ ਹੋਵੇ, ਇਹ ਵੀ ਤਾਂ ਪੁੱਛਿਆ ਜਾਵੇ। ਤੁਰਨ ਲੱਗਿਆਂ ਪੁੱਛਿਆ ਤੇ ਅੱਗੋਂ ਜਵਾਬ ਆਇਆ ਵੀ ਨਾਮ ਕਾ ਅਜੀਤ, ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਅਗਰ तो जीता नहीं आऊंगा, वापस नहीं मुड़ूंगा, जिਉਂਦਾ वापस नहीं मुड़ूंगा जे मैनू किसी ने जित लिया। तो सच होया, जिस दिन गुरु कलगीधर पातशाह जी का वो दुलारा योधा बाबा अजीत सिंह जंगे मैदान विच जांदा है, कईयां दे लाउंदा है आऊ, कईयां दे सत्थर विछाउंदा होया, कईयां नू तीरां दे नाल विन्हदा होया, आप मैदान दे विच, जंग दे मैदान विच अपने आप नू हवाले कर दिंदा है मौत दे, शहीदी दा जाम पी जांदा है, शहादत दे दिंदा है, शहीदी हो जाती है। तो गौर करियो, शहीद उन्नू मन्निया जांदा जिहड़ा अपनी कौम दी अगवाई करदा, अपने प्राणां दी आहुति दे देवे, उन्नू शहीद मन्निया जांदा है। साहिबजादा अजीत सिंह ने अपने आप नू मौत दे हवाले इस ढंग नाल नहीं कीता कि बोझदिली कायरता नाल, नहीं, मनुखता दे दर्द नू अपना दर्द समझदियां जंग दे मैदान विच बाबा अजीत सिंह ने तीरां दी झड़ी लाउंदियां, जुल्म नू खत्म करदियां, दुश्मन नू सफा चट करदियां अपने आप दी शहीदी दित्ती है, ते अनेकां तीर बाबा अजीत सिंह दी छाती विच खुबे।
ਛਾਤੀ ਵਿੱਝ ਗਈ ਤੀਰਾਂ ਦੇ ਨਾਲ। ਤੋ ਗੌਰ ਕਰਨਾ, ਇਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਦੀ ਵਾਰੀ ਆਈ ਤੇ ਬਾਬਾ ਜੁਝਾਰ ਸਿੰਘ ਨੂੰ ਵੀ ਬਾਬਾ ਜੁਝਾਰ ਸਿੰਘ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਬੰਨ ਕੇ ਤੇ ਆਖਿਆ ਵੀ ਪਾਤਸ਼ਾਹ ਹੁਣ ਮੇਰੀ ਵੀ ਤਿਆਰੀ ਕਰੋ, ਮੈਨੂੰ ਵੀ ਸ਼ਾਸਤਰ ਸਜਾਓ, ਮੈਂ ਵੀ ਜੰਗ ਦੇ ਵਿੱਚ ਜਾਵਾਂ। ਦੇਖੋ ਕਿੰਨਾ ਪਿਆਰ ਸੀ ਭਰਾਵਾਂ ਦਾ, ਕਿੰਨਾ ਸਨੇਹ ਹੈ ਭਰਾਵਾਂ ਦਾ, ਕਿੱਡੀ ਵੱਡੀ ਇਹ ਮੁਹੱਬਤ ਜਾਗਦੀ ਹੈ ਅੰਦਰੋਂ ਵੀ ਮਹਾਰਾਜ ਮੈਨੂੰ ਵੀ ਤਿਆਰ ਕਰੋ ਪਿਤਾ ਗੁਰੂ ਜੀ, ਜੇ ਮੇਰਾ ਭਰਾਤਾ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਤੇ ਮੈਨੂੰ ਵੀ ਜਾਣ ਦੀ ਆਗਿਆ ਦਿਓ। ਗੁਰੂ ਕਲਗੀਧਰ ਪਾਤਸ਼ਾਹ ਨੂੰ ਪਤਾ ਇਸ ਗੱਲ ਦਾ। ਗੌਰ ਨਾਲ ਸਮਝਿਓ ਸਾਧ ਸੰਗਤ, ਪਿਆਰੇ ਬੱਚੇ, ਉਸ ਗੱਲ ਨੂੰ ਧਿਆਨ ਨਾਲ ਸਮਝਣਾ। ਇੱਕ ਬੱਚਾ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸ਼ਹੀਦੀ ਪ੍ਰਾਪਤ ਕਰ ਗਿਆ, ਸਤਿਗੁਰੂ ਮਹਾਰਾਜ ਦੂਜੇ ਨੂੰ ਵੀ ਹੱਥੀਂ ਤਿਆਰ ਕਰਨ ਲੱਗੇ ਨੇ, ਔਰ ਪਤਾ ਵੀ ਇਸ ਗੱਲ ਦਾ ਕਿ ਜਿਸ ਰਸਤੇ ਚੱਲੇ ਉਧਰੋਂ ਕਦੀ ਦੁਬਾਰਾ ਵਾਪਸ ਨਹੀਂ ਆਉਣਗੇ। ਇੱਕ ਘਟਨਾ ਆਉਂਦੀ ਹੈ ਕਿ ਰਾਜੇ ਦਸ਼ਰਥ ਨੇ ਆਪਣੇ ਪੁੱਤਰਾਂ ਨੂੰ ਤੋਰਿਆ, ਬਨਵਾਸ ਦਿੱਤਾ, ਮਹਿਲਾਂ ਤੇ ਚੜ ਗਿਆ, ਉੱਪਰ ਚੜ ਗਿਆ ਆਪਣੇ ਮਹਿਲਾਂ ਤੇ, ਆਪਣੇ ਬੱਚਿਆਂ ਨੂੰ ਬਨਵਾਸ ਦਿੱਤਾ, ਆਪਣੇ ਆਪ ਹੀ ਮੂੰਹ ਸ਼ਬਦ ਕਹਿ ਦਿੱਤੇ ਵੀ ਦੇਸ਼ ਨਿਕਾਲਾ ਤੁਹਾਨੂੰ, ਨਿਕਲ ਜੋ, ਜਾ ਕੇ ਜੰਗਲਾਂ ਦੇ ਵਿੱਚ ਵਾਸ ਕਰ ਲਓ, ਮੇਰੇ ਰਾਜ ਦੇ ਵਿੱਚ ਕਿਧਰੇ ਤੁਸੀਂ ਦਿਸਣੇ ਨਹੀਂ ਚਾਹੀਦੇ। ਦੇਖੋ ਮਮਤਾ ਕਿੰਨੀ ਖਤਰਨਾਕ ਚੀਜ਼ ਹੁੰਦੀ, ਉਹ ਕਿੰਨੀ ਖਤਰਨਾਕ ਚੀਜ਼ ਹੁੰਦੀ ਹੈ। ਜਦੋਂ ਰਾਮਚੰਦਰ ਤੇ ਲక్ష్మణ ਤੁਰ ਪਏ ਨੇ ਘਰੋਂ ਤੇ ਆਪ ਮਹਿਲਾਂ ਤੇ ਚੜ ਗਿਆ, ਦੇਖ ਰਿਹਾ, ਦੇਖੀ ਜਾ ਰਿਹਾ ਹੈ। ਜਦੋਂ ਦਿਸਣੋਂ ਹਟ ਗਏ ਨੇ, ਅੱਖਾਂ ਤੋਂ ਓਲੇ ਹੋ ਗਏ ਨੇ ਤੇ ਮਹਿਲਾਂ ਤੋਂ ਛਾਲ ਮਾਰੀ ਤੇ ਡਿੱਗ ਗਿਆ ਤੇ ਮੌਤ ਹੋ ਗਈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਸੁਸਾਈਡ ਕੀਤਾ ਉਹਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਮਕੌਰ ਦੀ ਕੱਚੀ ਹਵੇਲੀ ਵਿੱਚ ਉੱਥੇ ਬੈਠ ਕੇ ਅੱਖਾਂ ਨਾਲ ਤੱਕਿਆ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ, ਤੇ ਵਾਰੀ ਆਈ ਜੁਝਾਰ ਸਿੰਘ ਦੀ। ਗੁਰੂ ਸਾਹਿਬ ਨੇ ਜੁਝਾਰ ਸਿੰਘ ਨੂੰ ਵੀ ਤਿਆਰ ਕੀਤਾ ਤੇ ਜੁਝਾਰ ਸਿੰਘ ਨੂੰ ਤਿਆਰ ਕਰਕੇ ਆਖਿਆ ਵੀ ਜੁਝਾਰ ਸਿੰਘ ਅੱਜ ਮੈਂ ਦੇਖਾਂਗਾ ਤੇਰੇ ਜ਼ੋਰ ਜੰਗ ਦੇ ਮੈਦਾਨ ਵਿੱਚ ਵੀ ਕਿੰਨੀਆਂ ਬਰਛੀਆਂ ਤੇਰੇ ਤਨ ਤੇ ਖੁੱਭਦੀਆਂ, ਤੇ ਮੈਂ ਤੈਨੂੰ ਆਪਣੀਆਂ ਨਜ਼ਰਾਂ ਨਾਲ ਸ਼ਹੀਦ ਹੁੰਦਾ ਤੱਕਣਾ ਚਾਹੁੰਦਾ। ਕਿੰਨੇ ਵੈਰੀ ਨੂੰ ਤੂੰ, ਕਿੰਨੇ ਵੈਰੀਆਂ ਦੇ ਸੱਤਰ ਵਿਛਾ ਕੇ ਸ਼ਹੀਦ ਹੁੰਦਾ, ਇਹ ਮੈਂ ਆਪਣੀਆਂ ਨਜ਼ਰਾਂ ਨਾਲ ਤੱਕਾਂਗਾ। ਦੁਨੀਆ ਦਾ ਇੱਕੋ ਇੱਕ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਜਿਨੇ ਆਪਣੇ ਬੱਚਿਆਂ ਨੂੰ ਹੱਥੀਂ ਤਿਆਰ ਕਰਕੇ ਭੇਜਿਆ। ਇੱਕ ਪਾਸੇ ਰਾਜਾ ਦਸ਼ਰਥ, ਜਿਹਨੂੰ ਪਤਾ 14 ਸਾਲ ਬਾਅਦ ਮੇਰੇ ਪੁੱਤਰਾਂ ਨੇ ਵਾਪਸ ਆ ਜਾਣਾ, ਉਹਦੇ ਕੋਲੋਂ ਪੁੱਤਰਾਂ ਦਾ ਵਿਛੋੜਾ ਜਰਿਆ ਨਹੀਂ ਗਿਆ। ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਜਿਸ ਰਸਤੇ ਨੂੰ ਅੱਜ ਤੋਰ ਰਹੇ ਆ, ਇਸ ਰਸਤੇ ਤੋਂ ਗਏ ਕਦੀ ਦੁਬਾਰਾ ਵਾਪਸ ਨਹੀਂ ਮੁੜਨੇ। ਪਰ ਸ਼ਹੀਦ ਉਹਨੂੰ ਮੰਨਿਆ ਜਾਂਦਾ ਜਿਹੜਾ ਕਿਸੇ ਕੌਮ ਦੀ, ਕਿਸੇ ਜਥੇ ਦੀ, ਕਿਸੇ ਆਪਣੇ ਨਿਸ਼ਾਨੇ ਨੂੰ ਮਿੱਥ ਕੇ ਆਪਣੀ ਸ਼ਹਾਦਤ ਦੇਵੇ, ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦੇਵੇ, ਆਪਣੇ ਹੱਕਾਂ ਦੇ ਲਈ, ਕੌਮ ਦੇ ਭਲੇ ਲਈ, ਮਾਨਵਤਾ ਦੇ ਭਲੇ ਲਈ ਆਪਣਾ ਆਪਾ ਕੁਰਬਾਨ ਕਰ ਦੇਵੇ, ਉਹਨੂੰ ਆਗੂ ਸ਼ਹੀਦ ਮੰਨਿਆ ਜਾਂਦਾ ਹੈ। ਪਰ ਇੱਥੇ ਤਾਂ ਅੱਜ ਬੰਦਾ ਮਰਦਾ, ਰਾਤ ਨੂੰ ਮਰ ਗਿਆ, ਪਤਾ ਨਹੀਂ ਨਸ਼ਾ ਪੀ ਕੇ ਮਰ ਗਿਆ, ਪਤਾ ਨਹੀਂ ਕਿਸੇ ਆਪਣੇ ਨਿੱਜੀ ਮਫਾਦਾਂ ਲਈ ਮਰ ਗਿਆ, ਜਾਂ ਭੈੜੇ ਬੁਰੇ ਕੁਕਰਮ ਕਰਦਾ ਮਰ ਗਿਆ। ਸਾਡੇ ਅਨਪੜ੍ਹ ਲੋਕ ਉਹਨੂੰ ਵੀ ਅੱਜ ਸ਼ਹੀਦ ਮੰਨ ਲੈਂਦੇ ਨੇ, ਪਰ ਨਹੀਂ, ਸ਼ਹੀਦ ਦਾ ਰੁਤਬਾ ਬੜਾ ਵੱਡਾ, ਸ਼ਹੀਦ ਦਾ ਰੁਤਬਾ ਬਹੁਤ ਉੱਚਾ ਹੁੰਦਾ ਹੈ। ਸ਼ਹੀਦ ਆਖੇ ਹੀ ਉਹਨੂੰ ਜਾਂਦਾ ਜਿਹੜਾ ਅਗਵਾਈ ਕਰਨ ਵਾਲਾ ਹੈ। ਇੱਥੇ ਤਾਂ ਅੱਜ ਬਹੁਤ ਸਾਰੇ ਲੋਕ ਏਦਾਂ ਦੇ ਨੇ, ਰਾਤ ਨੂੰ ਬੰਦਾ ਸ਼ਰਾਬ ਪੀ ਕੇ ਸੁੱਤਾ ਮਰ ਗਿਆ ਤੇ ਦਿਨ ਚੜ੍ਹਦੇ ਨੇ ਉਹਦਾ ਨਿਸ਼ਾਨ ਸਾਹਿਬ ਲਾ ਕੇ ਤੇ ਕਹਿੰਦੇ ਉਹ ਸ਼ਹੀਦ ਹੋ ਗਿਆ, ਅਮਰ ਹੋ ਗਿਆ। ਨਹੀਂ, ਇਹਨੂੰ ਸ਼ਹੀਦ ਨਹੀਂ ਮੰਨਿਆ ਜਾਂਦਾ। ਜੇ ਸ਼ਹੀਦੀ ਵੇਖਣੀ ਹੈ ਤਾਂ ਅੱਜ ਦਾ ਦਿਨ, ਜਿਵੇਂ ਸੂਰਜ ਛਿਪਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ਼ੁਕਰਾਨਾ ਕੀਤਾ ਰੱਬ ਦਾ ਕਿ ਮਾਲਕਾ ਇਹ ਤੇਰੀ ਵਸਤੂ ਸੀ, ਇਹ ਤੇਰੀ ਅਮਾਨਤ ਸੀ, ਇਹ ਮੇਰੇ ਸਾਹਿਬਜ਼ਾਦੇ ਨਹੀਂ ਤੇਰੀ ਅਮਾਨਤ ਸੀ। ਕਵੀ ਅੱਲਾ ਯਾਰ ਖਾਂ ਯੋਗੀ ਨੇ ਦੋ ਇਹਨਾਂ ਸਾਕਿਆਂ ਦਾ ਜ਼ਿਕਰ ਕੀਤਾ, ਸਾਕਾ ਸਰਹੰਦ ਦਾ ਤੇ ਸਾਕਾ ਚਮਕੌਰ ਦਾ। ਦੋ ਪੁਸਤਕਾਂ ਕਿਤਾਬ 'ਚ ਲਿਖੇ ਨੇ ਬੜੇ ਪਿਆਰੇ, ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਬੜੇ ਸੋਹਣੇ ਢੰਗ ਦੇ ਨਾਲ ਉਹਨੇ ਕਾਵ ਜਿਹੜਾ ਉਚਾਰਿਆ ਹੈ ਤੇ ਬੜਾ ਸੋਹਣਾ ਕਲਮਬੰਦ ਕੀਤਾ। ਉਸ ਸਾਕੇ ਨੂੰ ਪੜ੍ਹਨ ਦੇ ਯੋਗ ਹੈ। ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਉਹ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਫ੍ਰੀ ਲਿਟਰੇਚਰ ਦੇ ਵਿੱਚ ਇਹ ਕਿਤਾਬ 'ਚ ਮਿਲਦੇ ਨੇ। ਉਹਨਾਂ ਦਾ ਨਾਮ ਹੈ ਸ਼ਹੀਦਾਨੇ ਵਫਾ, ਚਮਕੌਰ ਦਾ ਸਾਕਾ ਤੇ ਸਰਹੰਦ ਦਾ ਸਾਕਾ, ਗਾਂਜੇ ਸ਼ਹੀਦਾਂ ਤੇ ਸ਼ਹੀਦਾਨੇ ਵਫਾ। ਇਹ ਦੋ ਸਾਕਿਆਂ ਦਾ ਜ਼ਿਕਰ ਕੀਤਾ, ਚਮਕੌਰ ਦਾ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ।
ਤੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਫ਼ਰ ਦਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਰ ਉਪਕਾਰਾਂ ਦਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸ਼ਖਸੀਅਤ ਦਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਵੀ ਕਿੰਨੀ ਵੱਡੀ ਸ਼ਖਸੀਅਤ ਸੀ ਗੁਰੂ ਸਾਹਿਬ ਦੀ ਤੇ ਕਿੰਨੇ ਦ੍ਰਿੜ ਇਰਾਦੇ ਸੀ। ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਤੱਕ ਕਿ ਇੱਕ ਵਾਰੀ ਵੀ ਉਹ ਸ਼ਬਦ ਜਾਂ ਸੀ ਸ਼ਬਦ ਗੁਰੂ ਸਾਹਿਬ ਜੀ ਦੇ ਕੋਲੋਂ ਨਹੀਂ ਨਿਕਲਿਆ, ਸਗੋਂ ਆਖਿਆ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਇਹ ਦੁਨੀਆ ਦਾ ਵੱਖਰਾ ਹੀ ਪਿਤਾ ਸੀ, ਜਿਹਦਾ ਪਿਤਾ ਵੀ ਸ਼ਹੀਦ, ਜਿਹਦੇ ਮਾਂ ਵੀ ਸ਼ਹੀਦ, ਜਿਹਦੇ ਪੁੱਤਰ ਵੀ ਸ਼ਹੀਦ ਤੇ ਜਿਹਨੇ ਆਪ ਵੀ ਸ਼ਹੀਦ ਦਾ ਰੁਤਬਾ ਪ੍ਰਾਪਤ ਕੀਤਾ। ਵੈਸੇ ਤਾਂ ਕਈ ਵਾਰੀ ਨਾ ਇਹ ਮੰਨਦੇ ਨੇ ਵੀ ਬਹੁਤ ਸਾਰੇ ਭੈਣਾਂ ਵੀਰ ਕਹਿੰਦੇ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਖਿਆਲ ਕਰਿਓ, ਸਾਰੀ ਜ਼ਿੰਦਗੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਾਨਵਤਾ ਦੀ ਅਗਵਾਈ ਕੀਤੀ ਹੈ, ਮਨੁੱਖਤਾ ਦੇ ਹੱਕਾਂ ਲਈ ਲੜੇ ਨੇ। ਮੈਂ ਪਹਿਲਾਂ ਬੇਨਤੀ ਕੀਤੀ, ਸ਼ਹੀਦ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਮਨੁੱਖੀ ਹੱਕਾਂ ਦੇ ਲਈ, ਕੌਮ ਦੇ ਲਈ, ਆਪਣੇ ਹਿੱਤਾਂ ਦੇ ਵਾਸਤੇ ਨਹੀਂ, ਮਾਨਵਤਾ ਦੇ ਭਲੇ ਲਈ ਜਿਹੜਾ ਆਪਣਾ ਆਪਾ ਕੁਰਬਾਨ ਕਰ ਦੇ। ਤੇ ਜੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਿੱਠ ਵਿੱਚ ਛੁਰਾ ਮਾਰਦੇ ਨੇ ਨਾ ਦੋ ਪਠਾਨ, ਤੇ ਇਹਦਾ ਅਰਥ ਇਹ ਨਹੀਂ ਹੈ ਵੀ ਆਮ ਬੰਦੇ ਦੀ ਉਹ ਪਿੱਠ ਵਿੱਚ ਛੁਰਾ ਮਾਰ ਰਹੇ ਨੇ, ਤਾਂ ਮਾਰ ਰਹੇ ਨੇ ਤਾਂ ਹੀ ਵੀ ਇਹ ਇੱਕੋ ਹੀ ਸ਼ਖਸੀਅਤ ਹੈ ਜਿਹੜੀ ਸਾਡੇ ਨਾਲ ਆਢਾ ਲਾ ਕੇ ਬੈਠੀ ਹੈ, ਜਿਹੜੀ ਸਾਡੇ ਇਸ ਰਾਜ ਨੂੰ ਜੜ੍ਹਾਂ ਤੋਂ ਖੇਡ ਰਹੀ ਹੈ। ਲੋਕਾਂ 'ਚ ਜਾਗਰਤੀ ਆ ਰਹੀ ਹੈ, ਲੋਕ ਸਮਝਦਾਰ ਬਣ ਰਹੇ ਨੇ, ਲੋਕ ਧਰਮੀ ਬਣ ਰਹੇ ਨੇ, ਲੋਕ ਸਾਂਝੀਵਾਲਤਾ ਦੀ ਗੱਲ ਕਰ ਰਹੇ ਨੇ, ਲੋਕ ਇੱਕ ਝੰਡੇ ਥੱਲੇ ਆ ਰਹੇ ਨੇ। ਇਹ ਇੱਕੋ ਇੱਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਜੇ ਤੁਸੀਂ ਇਹਨਾਂ ਨੂੰ ਖਤਮ ਕਰ ਦਿਓ ਤੇ ਆਪਾਂ ਨੂੰ ਇੱਥੇ ਰਾਜ ਕਰਨਾ ਸੌਖਾ ਹੋ ਜਾਊ। ਬਸ ਆਹੀ ਕਾਰਨ ਸੀ। ਵਜੀਦ ਖਾਨ ਵਰਗਿਆਂ ਦੀ ਲੜਾਈ ਕਾਹਦੀ ਸੀ? ਦਿੱਲੀ ਦੇ ਨਾਜ਼ਮਾਂ ਦੀ ਲੜਾਈ ਕਾਹਦੀ ਸੀ? ਔਰੰਗਜ਼ੇਬ ਦੀ ਕੀ ਲੜਾਈ ਸੀ ਗੁਰੂ ਕਲਗੀਧਰ ਪਾਤਸ਼ਾਹ ਨਾਲ? ਬਸ ਇਹੋ ਹੀ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਲੜਾਈ ਇਹੋ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਵਾਰ ਕੇ, ਆਪਣਾ ਪਰਿਵਾਰ ਵਾਰ ਕੇ, ਆਪਣੇ ਪੁੱਤਰ ਵਾਰ ਕੇ ਵੀ ਇੱਕ ਵਾਰੀ ਵੀ ਨਹੀਂ ਇਹ ਆਖਿਆ ਵੀ ਮੇਰੇ ਕੋਲ ਕੁਝ ਨਹੀਂ ਰਿਹਾ। ਗੁਰੂ ਸਾਹਿਬ ਨੇ ਸਾਡੇ ਦੇ ਵਾਸਤੇ ਇਹ ਵਾਰੇ ਪੁੱਤਰ। ਅਸੀਂ ਹੁਣ ਵੀ ਕਈ ਵਾਰੀ ਆਪਾਂ ਇੱਕ ਦੂਜੇ ਤੋਂ ਸੁਣਦੇ ਹਾਂ ਨਾ ਇਹ ਗੱਲ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁੱਤ ਚਾਰ, ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜਿਹੜੇ ਪੁੱਤਰ ਨੇ, ਅਸੀਂ ਜਦੋਂ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਅਸੀਂ ਕਲਗੀਧਰ ਦੇ ਪੁੱਤਰ ਆ ਨਾ। ਅਸੀਂ ਸਾਰੇ ਜਦੋਂ ਇੱਕ ਕਵਿਤਾ ਪੜ੍ਹਦੇ ਨਾ, ਅਸੀਂ ਹਾਂ ਕਲਗੀਧਰ ਦੇ ਲਾਲ, ਉੱਚੇ ਸੁੱਚੇ ਸਾਡੇ ਖਿਆਲ, ਖੰਡੇ ਦਾ ਅਸੀਂ ਅੰਮ੍ਰਿਤ ਛਕਿਆ, ਜਿਸ ਦਾ ਅੰਤ ਨਾ ਜਾਈ ਲਖਿਆ, ਕੜਾ ਕਛਹਿਰਾ ਤੇ ਕਿਰਪਾਨ। ਹੁਣ ਇਹ ਸਾਰੇ ਕਕਾਰਾਂ ਦਾ ਵੀ ਜ਼ਿਕਰ ਆਉਂਦਾ ਨਾਲ ਜੋ ਕਲਗੀਧਰ ਪਿਤਾ ਦੇ ਬੱਚਿਆਂ ਦੇ ਆਚਰਣ ਵਿੱਚ ਗੱਲਾਂ ਸੀ, ਜੋ ਉਹਨਾਂ ਦੇ ਆਚਰਣ ਕਿਰਦਾਰ ਵਿੱਚ ਗੱਲਾਂ ਸੀ, ਉਹ ਗੁਰੂ ਕੇ ਸਿੱਖ ਦੇ ਆਚਰਣ ਕਿਰਦਾਰ ਵਿੱਚ ਗੱਲਾਂ ਹੋਣੀਆਂ ਚਾਹੀਦੀਆਂ ਨੇ। ਤਾਂ ਹੀ ਤਾਂ ਸਿੱਖ ਖਵਾਉਂਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹੁਣ ਗੁਰੂ ਕਲਗੀਧਰ ਦੇ ਪੁੱਤਰਾਂ ਦਾ ਕਿਰਦਾਰ ਐਸਾ ਸੀ ਕਿ ਆਪਣੇ ਭਾਣੇ ਨਹੀਂ, ਗੁਰੂ ਕੇ ਭਾਣੇ ਵਿੱਚ ਚੱਲਣ ਵਾਲੇ ਸੀ। ਤੇ ਸਾਡੀ ਪਤਾ ਹਾਲਤ ਕੀ ਹੈ? ਤੱਤੈ ਸਾਰ ਨਾ ਜਾਣੀ। ਅਸੀਂ ਉਹ ਆ ਕਿ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਪਰ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸੁੱਤਿਆਂ ਰਹਿਣ ਵਿਹਾਣੀ, ਜੀਵਨ ਦੀ ਰਾਤ ਸੁੱਤਿਆਂ ਬੀਤਦੀ ਹੈ। ਤੋ ਸਾਨੂੰ ਤਾਂ ਅੱਜ ਤੱਕ ਇਹ ਪਤਾ ਨਹੀਂ ਲੱਗਾ ਵੀ ਸਾਡਾ ਇਤਿਹਾਸ ਕਿੰਨਾ ਕੀਮਤੀ ਹੈ। ਸਾਡੀ ਕੌਮ ਦੇ ਵਿੱਚ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਪੜ੍ਹਾਕੂ ਨੇ, ਇਤਿਹਾਸ ਨੂੰ ਪੜ੍ਹਨ ਵਾਲੇ ਨੇ, ਜਿਹੜੇ ਆਪਣੇ ਸੱਭਿਆਚਾਰ ਨੂੰ ਸਮਝਣ ਵਾਲੇ ਨੇ, ਜਿਹੜੇ ਆਪਣੀ ਕੌਮ ਦੇ ਵਿਧਾਨ ਨੂੰ ਸਮਝਣ ਵਾਲੇ ਨੇ, ਜਿਹੜੇ ਆਪਣੀ ਕੌਮ ਦਾ ਰਹਿਣ ਸਹਿਣ ਵਿਚਾਰਨ ਵਾਲੇ ਨੇ। ਕਿੰਨੇ ਲੋਕ ਨੇ? ਬਹੁ ਗਿਣਤੀ ਤਾਂ ਬਸ ਜਾਂਦੀ ਹੈ। ਗੁਰੂ ਘਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਮਨਾਏ ਜਾਣੇ ਨੇ, ਲੋਕਾਂ ਨੇ ਮਠਿਆਈਆਂ ਵੀ ਖਾਣੀਆਂ, ਲੋਕਾਂ ਨੇ ਕਈ ਤਰ੍ਹਾਂ ਦੇ ਲੰਗਰ ਵੀ ਖਾਣੇ ਨੇ, ਪਰ ਜਿਹੜਾ ਅਸਲੀ ਮਕਸਦ ਆ ਨਾ ਉਹਦੇ ਬਾਰੇ ਜਾਣਨ ਦਾ ਯਤਨ ਨਹੀਂ ਕਰਨਾ। ਕਿਤੇ ਭੀੜਾਂ ਇਕੱਠੀਆਂ ਹੋਈਆਂ ਹੋਣ ਨਾ, ਸੜਕ ਤੇ ਤੁਰੇ ਜਾਂਦੇ ਆ ਤੁਸੀਂ ਭੀੜ ਇਕੱਠੀ ਵੇਖੋਗੇ, ਤੇ ਉੱਥੇ ਭੀੜ ਇਕੱਠੀ ਹੋਈ ਹੋਵੇ ਤੇ ਲੋਕ ਪੁੱਛਦੇ ਵੀ ਕਿਉਂ ਇਹ ਭੀੜ ਇਕੱਠੀ ਕਿਉਂ ਹੋਈ ਹੈ? ਕੋਈ ਕਹਿੰਦਾ ਵੀ ਇੱਥੇ ਨਾ ਐਕਸੀਡੈਂਟ ਹੋਇਆ ਸੀ ਤਾਂ ਲੋਕ ਇਕੱਠੇ ਹੋਏ। ਕਹਿੰਦੇ ਬਚਾਅ ਹੋਇਆ? ਕਹਿੰਦੇ ਹਾਂ ਬਚਾਅ ਹੋ ਗਿਆ। ਫਿਰ ਉਸ ਐਕਸੀਡੈਂਟ ਦੀਆਂ ਗੱਲਾਂ ਆਪਣੇ ਰਿਸ਼ਤੇਦਾਰਾਂ ਤੱਕ ਅੱਗੇ ਤੋਂ ਅੱਗੇ ਬੰਦਾ ਪਹੁੰਚਾ ਦਿੰਦਾ। 5 ਮਿੰਟ ਰੁਕਿਆ, 10 ਮਿੰਟ ਰੁਕਿਆ, ਐਕਸੀਡੈਂਟ ਵੇਖਿਆ, ਭੀੜ ਇਕੱਠੀ ਵੇਖੀ, ਉਹਦਾ ਪ੍ਰਚਾਰ ਕਰ ਦਿੱਤਾ ਵੀ ਇਸ ਕਰਕੇ ਇੰਨੇ ਲੋਕ ਇਕੱਠੇ ਹੋਏ ਸੀ ਤੇ ਇੱਕ ਬੰਦਾ ਜਿਹੜਾ ਸੀ ਉਹ ਬੇਹੋਸ਼ ਪਿਆ ਸੀ। ਪਰ ਇੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 4 ਪੁੱਤਰ ਸ਼ਹੀਦ ਹੋਏ ਤੇ ਭੀੜਾਂ ਵੀ ਇਕੱਠੀਆਂ ਹੋ ਗਈਆਂ, ਮੇਲੇ ਵੀ ਲੱਗ ਗਏ,
ਕਿਸੇ ਨੇ ਇਹ ਯਤਨ ਨਹੀਂ ਕੀਤਾ ਪੁੱਛਣ ਦਾ ਵੀ ਇੰਨਾ ਇਕੱਠ ਹੋਇਆ ਤੇ ਇਸ ਇਕੱਠ ਦਾ ਮਕਸਦ ਕੀ ਹੈ, ਕਿਉਂ ਹੋਇਆ ਤੇ ਕਿਹਨਾਂ ਵਾਸਤੇ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 4 ਪੁੱਤ ਸ਼ਹੀਦ ਹੋਏ, ਇਹ ਵੀ ਦੱਸਣ ਦੀ ਹਿੰਮਤ ਨਹੀਂ ਕੀਤੀ। ਇਹ ਵੀ ਨਹੀਂ ਦੱਸਿਆ ਗਿਆ ਵੀ ਕਿਸ ਵਾਸਤੇ ਸ਼ਹੀਦ ਹੋਏ, ਇਹ ਵੀ ਹਿੰਮਤ ਨਹੀਂ ਕੀਤੀ। ਬਸ ਇੰਨਾ ਕਿਹਾ ਵੀ ਵੇਖੋ ਜੀ ਆਪਾਂ ਉਹਨਾਂ ਦਾ ਮਨਾ ਰਹੇ ਹਾਂ, ਦਿਨ ਮਨਾ ਰਹੇ ਹਾਂ, ਦਿਨ ਮਨਾ। ਕਵੀ ਦੇ ਬੋਲ ਨੇ ਵੀ ਜਿਨ ਕੇ ਦਿਨ ਮਨਾਤੇ ਹੁਣ ਕੀ ਬਾਤ ਵੀ ਮਾਨਾ ਕਰੋ। ਉਹਨਾਂ ਦੇ ਕਹਿਣੇ ਤੇ ਵੀ ਚੱਲਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੇ ਦਿਨ ਮਨਾਏ ਜਾਂਦੇ ਨੇ। ਕੱਲਾ ਇਹ ਨਾ ਹੋਵੇ ਵੀ ਅਸੀਂ ਦਿਨ ਮਨਾ ਕੇ ਤੁਰ ਜਾਈਏ ਜਾਂ ਗੱਲਾਂ ਕਰਕੇ ਤੁਰ ਜਾਈਏ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰ 2 ਸਾਹਿਬਜ਼ਾਦੇ ਸ਼ਹੀਦ ਹੋਏ। ਦਿਨ ਛਿਪਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਚਮਕੌਰ ਦੀ ਕੱਚੀ ਹਵੇਲੀ ਵਿੱਚ ਸਿੱਖ ਇਕੱਠੇ ਹੋਏ। ਸੋਦਰ ਦਾ ਪਾਠ ਹੋਇਆ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੋਈ, ਮਾਲਕ ਦੇ ਚਰਨਾਂ 'ਚ ਅਰਦਾਸ ਹੋਈ ਵੀ ਸੱਚੇ ਪਾਤਸ਼ਾਹ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੀ ਸਿਓ ਕੀਜੈ। ਇਹ ਤਾਂ ਤੇਰੀ ਵਸਤੂ ਸੀ, ਤੂੰ ਲੈ ਗਿਆ, ਇਹ ਤਾਂ ਤੇਰੇ ਭਾਣੇ 'ਚ ਸੀ, ਤੇਰੀ ਰਜਾ 'ਚ ਸੀ। ਇਹ ਮਾਨਵਤਾ ਤੇ ਹੁੰਦੇ ਜ਼ੁਲਮ ਨੂੰ ਰੋਕਣ ਦੇ ਲਈ ਜੇ ਮੇਰੀ ਅੱਜ ਇਹ ਅਮਾਨਤ, ਇਹ ਜੇ ਮੇਰੇ ਸਾਹਿਬਜ਼ਾਦੇ ਮੈਂ ਤੇਰੀ ਭੇਟ ਕਰ ਦਿੱਤੇ ਆ, ਸ਼ਹੀਦ ਹੋ ਗਏ ਨੇ, ਤੇ ਇਹਦੇ ਵਿੱਚ ਮੇਰਾ ਕੁਝ ਨਹੀਂ ਸੀ, ਇਹ ਤੇਰੀ ਦਾਸ ਸੀ ਤੇ ਤੇਰੀ ਅਮਾਨਤ ਤੇਰੇ ਅੱਗੇ ਮੈਂ ਭੇਟ ਕਰ ਦਿੱਤੀ ਹੈ। ਤੋ ਖੈਰ ਮੁੱਕਦੀ ਗੱਲ ਸਾਧ ਸੰਗਤ ਪਿਆਰੇ ਬੱਚਿਓ ਇਹ ਹੈ ਕਿ ਜੋ ਸਾਹਿਬਜ਼ਾਦਿਆਂ ਦਾ ਜੀਵਨ ਸੀ ਨਾ, ਕਾਸ਼ ਕਿਤੇ ਸਾਡਾ ਜੀਵਨ ਉਦਾਂ ਦਾ ਬਣ ਜਾਵੇ, ਉਦਾਂ ਦਾ ਜੀਵਨ ਬਣ ਜਾਵੇ। ਆਗਿਆਕਾਰੀ, ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ, ਧਰਮ ਲਈ ਸਾਕੇ ਕਰਨ ਵਾਲਾ, ਕੌਮ ਦੇ ਹਿੱਤਾਂ ਦੀ ਗੱਲ ਕਰਨ ਵਾਲਾ, ਪਿਤਾ ਪਿਤਾਮਾ ਦੇ ਪਾਏ ਪੂਰਨਿਆਂ ਤੇ ਚੱਲਣ ਵਾਲਾ, ਕੌਮ ਦਾ ਵਿਧਾਨ ਸਮਝਣ ਵਾਲਾ, ਗਰੀਬਾਂ ਮਜ਼ਲੂਮਾਂ ਦੇ ਹੁੰਦੇ ਜ਼ੁਲਮ ਨੂੰ ਰੋਕਣ ਵਾਲਾ। ਕਾਸ਼ ਕਿਤੇ ਇਦਾਂ ਦਾ ਸੁਭਾਅ ਤੇ ਇਦਾਂ ਦਾ ਸਾਡਾ ਜਿਹੜਾ ਅਕੀਦਾ ਬਣ ਜਾਵੇ ਨਾ, ਤੇ ਅਸੀਂ ਆਪਣੀ ਕੌਮ ਨੂੰ ਕੋਈ ਨਵੇਂ ਦਿਸ਼ਾ ਨਿਰਦੇਸ਼ ਦੇ ਸਕਦੇ ਹਾਂ। ਪਿਆਰੇ ਬੱਚਿਓ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੌਮ ਦਾ ਭਵਿੱਖ ਹੋ। ਤੁਹਾਡੇ ਵਿੱਚੋਂ ਹੀ ਬਹੁਤਿਆਂ ਨੇ ਵਿਦਵਾਨ ਬਣਨਾ ਹੈ, ਬਹੁਤਿਆਂ ਨੇ ਲੈਕਚਰਰ ਬਣਨਾ ਹੈ, ਅਧਿਆਪਕ ਬਣਨਾ ਹੈ, ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਪਾਇਲਟ ਬਣਨਾ, ਪਤਾ ਨਹੀਂ ਕਿਹੜੇ ਕਿਹੜੇ ਅਹੁਦਿਆਂ ਤੇ ਤੁਸੀਂ ਬੈਠਣਾ। ਕਾਸ਼ ਜੇ ਤੁਸੀਂ ਇਹਨਾਂ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਕੁਝ ਸਿੱਖਿਆ ਹੋਵੇਗਾ ਨਾ, ਤੇ ਤੁਹਾਡੇ ਜੀਵਨ ਵਿੱਚ ਬੇਈਮਾਨੀ, ਲਾਚਾਰੀ, ਭੁੱਖ ਇਤਿਆਦਿਕ ਇਹ ਚੀਜ਼ਾਂ ਨਹੀਂ ਆਉਣਗੀਆਂ। ਦੁਨੀਆ ਭਰ ਦੇ ਵਿੱਚ 25 ਤਰੀਕ ਨੂੰ ਕ੍ਰਿਸਮਸ ਡੇ ਮਨਾਇਆ ਜਾਣਾ। ਦੁਨੀਆ ਭਰ ਦੇ ਵਿੱਚ ਬਹੁਤ ਲੋਕਾਂ ਨੇ ਮਨਾਉਣਾ, ਬੜੇ ਲੋਕ ਇਸ ਦਿਨ ਨੂੰ ਯਾਦ ਕਰਨਗੇ। ਪਰ ਅਫਸੋਸਜਨਕ ਗੱਲ ਇਹ ਹੈ ਕਿ ਮੇਰੀ ਕੌਮ ਦੇ ਵਿੱਚ ਵੀ ਬਹੁ ਗਿਣਤੀ ਲੋਕ ਨੇ ਜਿਹੜੇ ਇਹ ਮਨਾਉਂਦੇ ਨੇ ਦਿਨ। ਤੁਸੀਂ ਦੇਖ ਲਿਓ ਸਿੱਖ ਕੌਮ ਦੇ ਵਿੱਚ ਵੀ ਬਹੁਤ ਲੋਕ ਇਦਾਂ ਦੇ ਬਣ ਗਏ ਜਿਹਨਾਂ ਕ੍ਰਿਸਮਸ ਡੇ ਤੇ ਇੱਕ ਦੂਜੇ ਨੂੰ ਵਧਾਈਆਂ ਦੇਣੀਆਂ, ਤੋਹਫੇ ਦੇਣੇ, ਗਿਫਟ ਦੇਣੇ, ਬੜਾ ਕੁਝ ਹੋਣਾ। ਔਰ ਉਹਨਾਂ ਲੋਕਾਂ ਨੂੰ ਇਹ ਨਹੀਂ ਅਜੇ ਤੱਕ ਪਤਾ ਲੱਗਾ ਵੀ ਜਿਹੜਾ 22 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਕੀ ਕੁਝ ਵਾਪਰਿਆ ਗੁਰੂ ਸਾਹਿਬ ਦੇ ਪਰਿਵਾਰ ਨਾਲ। ਕ੍ਰਿਸਮਸ ਡੇ ਮਨਾ ਲੈਣ, ਮੁਬਾਰਕ ਹੈ, ਸਾਨੂੰ ਇਹਦੇ ਨਾਲ ਕੋਈ ਦੁੱਖ ਨਹੀਂ ਹੈ ਕਿ ਉਹ ਕਿਉਂ ਮਨਾਉਂਦੇ ਨੇ। ਮਨਾਓ, ਪਰ ਜਿਨ੍ਹਾਂ ਨੇ ਮਾਨਵਤਾ ਦੇ ਲਈ ਸ਼ਹਾਦਤ, ਕੁਰਬਾਨੀ, ਸ਼ਹੀਦੀ ਦਿੱਤੀ, ਜਰਾ ਉਹਨਾਂ ਨੂੰ ਵੀ ਖਿਆਲ ਵਿੱਚ ਲੈ ਕੇ ਆਓ, ਕਿਤੇ ਭੁੱਲ ਨਾ ਜਾਇਓ। ਜੇ ਉਹਨਾਂ ਨੂੰ ਭੁੱਲ ਗਏ ਤੇ ਸਾਡਾ ਇਤਿਹਾਸ ਕੱਖਾਂ ਵਾਂਗੂ ਰੁਲ ਜਾਵੇਗਾ। ਮੈਂ ਪਹਿਲੋਂ ਬੇਨਤੀ ਕੀਤੀ ਸੀ ਆਰੰਭ ਵਿੱਚ, ਕੌਮਾਂ ਉਹੀ ਜਿਉਂਦੀਆਂ ਜਿਨ੍ਹਾਂ ਦਾ ਇਤਿਹਾਸ ਜਿਉਂਦਾ ਹੈ। ਜਿਹੜੀਆਂ ਕੌਮਾਂ ਦਾ ਇਤਿਹਾਸ ਖਤਮ ਹੋ ਜਾਵੇ, ਉਹ ਕੌਮਾਂ ਸਦਾ ਲਈ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਂਦੀਆਂ ਨੇ। ਇਸ ਲਈ ਪਿਆਰੇ ਬੱਚਿਓ, ਸ਼ਹਾਦਤਾਂ ਨੂੰ, ਸ਼ਹੀਦੀਆਂ ਨੂੰ, ਜਾਂ ਉਹਨਾਂ ਬਜ਼ੁਰਗਾਂ ਨੂੰ, ਜਾਂ ਅਸੀਂ ਆਪਣੇ ਭਰਾਤਾ ਸਾਹਿਬਜ਼ਾਦਿਆਂ ਨੂੰ ਯਾਦ ਹੀ ਤਾਂ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡੇ ਵਾਸਤੇ, ਸਾਡੀ ਕੌਮ ਵਾਸਤੇ, ਮਜ਼ਲੂਮਾਂ ਵਾਸਤੇ, ਮਾਨਵਤਾ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ ਹੈ। ਤੋਂ ਇਸ ਲਈ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਗੁਰੂ ਕਿਰਪਾ ਕਰੇ ਜਿੱਥੇ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ, ਉੱਥੇ ਉਹਨਾਂ ਵਰਗੇ ਅਸੀਂ ਬਣਨ ਦਾ ਯਤਨ ਕਰੀਏ। ਅਸੀਂ ਉਹਨਾਂ ਨੂੰ ਆਪਣੇ ਭਰਾਤਾ, ਆਪਣੇ ਰੋਲ ਮਾਡਲ ਮੰਨ ਕੇ ਚੱਲੀਏ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਪਿਤਾਮਾ ਮੰਨ ਕੇ ਚੱਲੀਏ, ਗੁਰੂ ਮੰਨ ਕੇ ਚੱਲੀਏ, ਤਾਂ ਹੀ ਸਾਡਾ ਪਾਰ ਉਤਾਰਾ ਹੈ। ਅਦਰਵਾਈਜ਼ ਸਾਡੀ ਭਟਕਣਾ ਕਦੇ ਵੀ ਖਤਮ ਨਹੀਂ ਹੋ ਸਕਦੀ। ਸੋ ਪਿਆਰੇ ਬੱਚਿਓ, ਜੇ ਕਿਸੇ ਦਾ ਕੋਈ ਸਵਾਲ ਹੋਵੇ ਇਹਦੇ ਵਿੱਚ ਤੇ ਉਹ ਪਲੀਜ਼ ਆਪਣਾ ਸਵਾਲ ਜਿਹੜਾ ਇੱਥੇ ਤੁਸੀਂ ਕਰ ਸਕਦੇ ਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਪ੍ਰਚਾਰਕ ਭਾਈ ਜਗਜੀਤ ਸਿੰਘ ਜੀ, ਚੀਮਾ ਕਲਾਂ ਗੁਰਮਤਿ ਗਿਆਨ ਮਿਸ਼ਨੀ ਕਾਲ ਤੋਂ।
ਜਿਨ੍ਹਾਂ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ, ਬੜੇ ਸੋਹਣੇ ਤੇ ਸਰਲ ਤਰੀਕੇ ਦੇ ਨਾਲ ਵੱਡੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਜੀ। ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਤੇ ਅੰਕਲ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਯੂਕੇ ਵਾਲਿਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਜੀ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਮਾਂ ਕੱਢ ਕੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਜੀ। ਸੋ ਹੁਣ ਆਪਾਂ ਕੁਝ ਕੁ ਬੱਚਿਆਂ ਦੇ ਸਵਾਲ ਲੈਂਦੇ ਹਾਂ ਜੀ। ਸੋ ਜਿਹੜੇ ਬੱਚਿਆਂ ਦੇ ਸਵਾਲ ਨੇ ਕਿਰਪਾ ਕਰਕੇ ਆਪਣਾ ਹੈਂਡ ਰੇਜ਼ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਇਹ ਕੁਐਸਚਨ ਸੀਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਤੇ ਮਾਤਾ ਜੀਤੋ ਜੀ ਦੀ ਸ਼ਹੀਦੀ ਕਿਵੇਂ ਹੋਈ ਸੀਗੀ? ਹਾਂਜੀ, ਜੇਕਰ ਜੀ ਜਗਜੀਤ ਸਿੰਘ ਜੀ ਸੁਣ ਰਹੇ ਨੇ ਤਾਂ ਕਿਰਪਾ ਕਰਕੇ ਜਵਾਬ ਦੇਣ ਜੀ। ਹਾਂਜੀ ਪਿਆਰੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬੇਟਾ ਇਹਨਾਂ ਦੀ ਆਪਣੀ ਉਮਰ ਭੋਗ ਕੇ ਮਾਤਾ ਜੀਤੋ ਜੀ ਇਹਨਾਂ ਦੇ ਜਿਹੜੀ ਆ ਉਹ ਆਪਣੀ ਸਾਰੀ ਉਮਰ ਭੋਗ ਕੇ ਤੇ ਸ਼ਹੀਦੀ ਨਹੀਂ ਹੋਈ ਆਪਾਂ ਕਹਿ ਸਕਦੇ। ਇਹ ਜੋਤੀ ਜੋਤ ਸਮਾ ਗਏ, ਜਾਣੀ ਕਿ ਆਪਣਾ ਪੂਰਾ ਸਮਾਂ ਜਿਹੜਾ ਵਾ ਉਹ ਜ਼ਿੰਦਗੀ ਦਾ ਉਹਨਾਂ ਨੇ ਏਦਾਂ ਹੀ ਬਤੀਤ ਕੀਤਾ ਬਾਅਦ ਵਿੱਚ। ਤੇ ਮਹਿਲ ਮਾਤਾਵਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਉਸ ਵਕਤ ਗੁਰੂ ਕੇ ਮਹਿਲ ਮਾਤਾਵਾਂ ਇਹ ਦਿੱਲੀ ਵੱਲ ਨੂੰ ਚਾਲੇ ਪਾ ਗਏ ਸੀ ਤੇ ਬਾਕੀ ਪਰਿਵਾਰ ਜਿਹੜਾ ਗੁਰੂ ਸਾਹਿਬ ਜੀ ਦਾ ਸਾਹਿਬਜ਼ਾਦੇ ਛੋਟੇ ਤੇ ਮਾਤਾ ਗੁਜਰ ਕੌਰ ਇਹ ਅਲੱਗ ਵੱਖਰੇ ਵਿਛੜ ਗਏ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕੋਈ ਸਿੱਖ ਤੇ ਵੱਡੇ ਸਾਹਿਬਜ਼ਾਦੇ ਸੀ ਇਹ ਅਲੱਗ। ਤੇ ਮਾਤਾ ਜੀਤੋ ਜੀ ਦੀ ਆਪਾਂ ਇਹਨੂੰ ਇਸ ਤਰ੍ਹਾਂ ਲਓ ਵੀ ਸ਼ਹੀਦੀ ਨਹੀਂ ਆਪਾਂ ਕਹਿ ਸਕਦੇ, ਉਹ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਭੋਗ ਕੇ ਤੇ ਉਹ ਜਿਹੜਾ ਪ੍ਰਾਣ ਤਿਆਗ ਗਏ ਸੀ। ਹਾਂਜੀ, ਬਹੁਤ ਸੋਹਣਾ ਜਵਾਬ ਵੀਰ ਜੀ ਉਹਨਾਂ ਨੇ ਜਿਹੜਾ ਉਹ ਦਿੱਤਾ ਜੀ। ਹਾਂਜੀ, ਅਗਲਾ ਬੱਚਾ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਸਰ ਮੇਰਾ ਕੋਈ ਕੁਐਸਚਨ ਨਹੀਂ ਹੈ, ਮੈਂ ਇੱਕ ਚੀਜ਼ ਸ਼ੇਅਰ ਕਰਨਾ ਚਾਹੁੰਦੀ ਹਾਂ। ਜਦੋਂ ਸਰ ਨੇ ਕਿਹਾ ਸੀਗਾ ਕਿ ਵਾਹਿਗੁਰੂ ਜੀ ਉੱਥੇ ਬਾਬਾ ਅਜੀਤ ਸਿੰਘ ਨੂੰ ਅਨੇਕਾਂ ਹੀ ਫੱਟ ਲੱਗੇ, ਔਰੰਗਜ਼ੇਬ ਦੇ ਸਮੇਂ ਤੇ ਇੱਕ ਅਖਬਾਰ ਚੱਲਦਾ ਹੁੰਦਾ ਸੀਗਾ ਜੋ ਕਿ ਸਿਰਫ ਕੁਝ ਮੇਨ ਜਾਂ ਸ਼ਾਹੀ ਬੰਦਿਆਂ ਲਈ ਹੁੰਦਾ ਸੀਗਾ, ਜਿਸ ਦਾ ਨਾਂ ਸੀਗਾ ਦਰਬਾਰੇ ਮੋਲਾ। ਉਹਦੇ ਵਿੱਚ ਇੱਕ ਬਿਆਨ ਆਇਆ ਸੀਗਾ ਕਿ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਨੂੰ 392 ਮਤਲਬ 392 ਤੋਂ ਵੀ ਵੱਧ ਫੱਟ ਲੱਗੇ ਸੀਗੇ ਤੇ ਮਤਲਬ ਕਿ ਅਨੇਕਾਂ ਹੀ ਉਹਨਾਂ ਨੂੰ ਤੀਰ ਵੱਜੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ ਸੀਗੀ। ਇਹ ਮਤਲਬ ਕਿ ਕੋਈ ਵੀ ਆਮ ਇਨਸਾਨ ਨਹੀਂ ਚੱਲ ਸਕਦਾ ਤੇ ਅਸੀਂ ਇੱਥੋਂ ਪਤਾ ਲਾ ਸਕਦੇ ਹਾਂ ਕਿ ਬਾਬਾ ਅਜੀਤ ਸਿੰਘ ਜੀ ਕਿੰਨੇ ਵੱਡੇ ਅਤੇ ਬਹਾਦਰ ਸੂਰਮੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਬੇਟਾ ਜੀ, ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਇਹ ਬਿਲਕੁਲ ਸਹੀ ਹੈ ਜੀ ਕਿ ਸਾਹਿਬਜ਼ਾਦਿਆਂ ਨੂੰ ਵੱਡੀ ਤਾਦਾਦ ਵਿੱਚ ਜਿਹੜੇ ਫਾਟ ਲੱਗੇ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਜਦੋਂ ਸਰੀਰ ਲੱਥਪੱਥ ਖੂਨ ਨਾਲ ਹੋ ਗਿਆ ਸੀ, ਉਸ ਤੋਂ ਬਾਅਦ ਉਹ ਸ਼ਹੀਦੀ ਜਿਹੜੀ ਉਹ ਪ੍ਰਾਪਤ ਕਰਦੇ ਨੇ। ਪਰ ਇਹ ਨਹੀਂ ਕਿ ਉਹ ਜਾਂਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। ਉਸ ਤੋਂ ਬਾਅਦ ਉਹਨਾਂ ਨੇ ਵੱਡੀ ਤਾਦਾਦ ਵਿੱਚ ਦੁਸ਼ਮਣਾਂ ਨੂੰ ਖਤਮ ਕਰਕੇ ਮਾਰ ਕੇ ਤਾਂ ਉਸ ਤੋਂ ਬਾਅਦ ਜਿਹੜੀ ਉਹ ਸ਼ਹੀਦੀ ਪ੍ਰਾਪਤ ਕਰਦੇ ਨੇ। ਹਾਂਜੀ, ਅਗਲਾ ਬੱਚਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੈਂ ਕਹਿਣਾ ਚਾਹੁੰਦੀ ਸੀ ਵੀ ਜਿਸ ਤਰ੍ਹਾਂ ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਹੁਣ ਵੱਡੇ ਸਾਹਿਬਜ਼ਾਦਿਆਂ ਦੇ ਆ ਰਹੇ, ਸਾਰੇ ਮਤਲਬ ਸਟੇਟਸ ਵਗੈਰਾ ਪਾਉਂਦੇ ਆ, ਜਿਨ੍ਹਾਂ ਨੇ ਕੇਸ ਵੀ ਕਤਲ ਕਰਾਏ ਹੁੰਦੇ ਆ, ਪਰ ਕੀ ਉਹਨਾਂ ਨੂੰ ਹੱਕ ਹੈਗਾ ਵਾ ਇਸ ਤਰ੍ਹਾਂ ਸਟੇਟਸ ਵਗੈਰਾ ਪਾਉਂਦੇ? ਪਹਿਲਾਂ ਉਹਨਾਂ ਨੂੰ ਕੇਸ ਰੱਖਣੇ ਚਾਹੀਦੇ, ਕਿਉਂਕਿ ਜੇ ਉਹ ਜਿਸ ਕਰਕੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੀਗੀਆਂ, ਜੇ ਉਹੀ ਨਹੀਂ ਅਸੀਂ ਰੱਖਦੇ ਪਏ ਤੇ ਫਿਰ ਸਾਡਾ ਸਟੇਟਸ ਪਾਉਣ ਦਾ ਵੀ ਕੀ ਮਕਸਦ ਹੈ ਨਾ? ਤੇ ਕੀ ਇਹ ਸਹੀ ਹੈ ਸਟੇਟਸ ਪਾਉਣੇ, ਮਤਲਬ ਫਿਰ ਵੀ ਜੇ ਅਸੀਂ ਕੇਸ ਵੀ ਨਹੀਂ ਰੱਖਦੇ ਤੇ? ਹਾਂਜੀ, ਸਵਾਲ ਬੜਾ ਤੁਹਾਡਾ ਵਧੀਆ ਪਿਆਰਾ ਹੈ। ਹਾਂਜੀ, ਵੈਰੀ ਗੁੱਡ ਬੇਟਾ, ਬਹੁਤ ਵਧੀਆ ਸਵਾਲ ਤੁਹਾਡਾ। ਤੇ ਬਹੁਤ ਗਿਣਤੀ ਜਿਹੜੇ ਆ ਵੀਰ ਭੈਣਾਂ ਜਿਹੜੇ ਸਿੱਖੀ ਅਸੂਲਾਂ ਤੋਂ ਮੁਨਕਰ ਨੇ ਤੇ ਜਦੋਂ ਐਸੇ ਦਿਹਾੜੇ ਆਉਂਦੇ ਆ ਤੇ ਉਹ ਆਪਣੇ ਸਟੇਟਸ ਲਾ ਲੈਂਦੇ ਨੇ ਜਾਂ ਸਾਹਿਬਜ਼ਾਦਿਆਂ ਦੀ ਡੀਪੀ ਲਾ ਦਿੰਦੇ ਨੇ ਜਾਂ ਏਦਾਂ ਕੁਝ ਕਰਦੇ ਨੇ, ਬੜਾ ਕੁਝ ਕਰਦੇ ਨੇ। ਵੀਰ ਜੀ ਨੂੰ ਬੇਨਤੀ ਜੇ ਕਰ ਸਕਣ ਤਾਂ। ਹਾਂਜੀ ਭੈਣ ਜੀ। ਵੀਰ ਜੀ ਜਗਜੀਤ ਸਿੰਘ ਜੀ, ਬੇਨਤੀ ਜੇ ਵੀਡੀਓ ਔਨ ਕਰ ਸਕੋ ਤਾਂ। ਹਾਂਜੀ ਭੈਣ ਜੀ। ਹਾਂਜੀ ਵੀਰ ਜੀ ਵੀਰ ਜੀ। ਅਸਲ ਵਿੱਚ ਜਿਹੜੇ ਇਹ ਭੈਣਾਂ ਵੀਰ ਜਿਹੜੇ ਸਿੱਖੀ ਅਸੂਲਾਂ ਤੋਂ ਮੁਨਕਰ ਨੇ, ਉਹ ਬਹੁਤ ਗਿਣਤੀ ਆਪਾਂ ਦੇਖਦੇ ਹਾਂ ਵੀ ਉਹ ਜਾਂ ਤਾਂ ਆਪਣੀ ਡੀਪੀ ਲਾ ਲੈਂਦੇ ਨੇ WhatsApp ਤੇ ਜਾਂ ਫਿਰ ਉਹ ਏਦਾਂ ਦੇ ਸਟੇਟਸ ਪਾਉਂਦੇ ਰਹਿੰਦੇ ਨੇ ਕਿ ਇੱਕ ਵਾਰੀ ਇਹਨਾਂ ਨੂੰ ਯਾਦ ਕਰਕੇ ਵਾਹਿਗੁਰੂ ਲਿਖੋ।
ਮਤਲਬ ਇਹ ਜਿਹੜੇ ਲੋਕ ਨੇ ਨਾ ਅਸਲ ਵਿੱਚ ਇਹ ਉਹ ਲੋਕ ਨੇ ਵੀ ਜਿਹੜੇ ਸਾਰੀ ਜ਼ਿੰਦਗੀ ਮਾਂ-ਬਾਪ ਦੀ ਗੱਲ ਨਹੀਂ ਮੰਨਦੇ ਤੇ ਜਦੋਂ ਬਾਪੂ ਮਰ ਜੇ ਤੇ ਉਦੋਂ ਉਹਦੇ ਤੇ ਲੋਈਆਂ ਪਾਉਂਦੇ ਨੇ, ਉਹਦੇ ਮੂੰਹ 'ਚ ਘਿਓ ਪਾਉਂਦੇ ਨੇ। ਇਹ ਉਹ ਲੋਕ ਨੇ। ਇਹਨਾਂ ਨੇ ਨਾ ਆਪਣੇ ਮਾਂ-ਬਾਪ ਦੀ ਗੱਲ ਮੰਨਣੀ ਆ ਤੇ ਨਾ ਗੁਰੂ ਅਸੂਲਾਂ ਦੀ ਗੱਲ ਮੰਨਣੀ ਆ। ਇਹ ਲੋਕ ਉਹ ਨੇ ਅਸਲ ਵਿੱਚ, ਇਹਨਾਂ ਨੂੰ ਸਹੀ ਰੂਪ ਦੇ ਵਿੱਚ ਵੇਖਿਆ ਜਾਵੇ ਤੇ ਕੋਈ ਅਧਿਕਾਰ ਨਹੀਂ ਹੈ ਇਹ ਕੰਮ ਕਰਨ ਦਾ, ਕਿਉਂਕਿ ਇਹ ਨਾ ਵੀ ਕਰਨ, ਉਹਨਾਂ ਦੀ ਦਿੱਤੀ ਸਿੱਖਿਆ ਨੂੰ ਮੰਨ ਲੈਣ, ਪ੍ਰਵਾਨ ਕਰ ਲੈਣ, ਕਬੂਲ ਕਰ ਲੈਣ, ਜੀਵਨ 'ਚ ਐਕਸੈਪਟ ਕਰ ਲੈਣ ਨਾ, ਤੇ ਇਹ ਚੀਜ਼ਾਂ ਦੱਸਣ ਦੀ ਲੋੜ ਨਹੀਂ ਪੈਣੀ। ਇਹ ਚੀਜ਼ਾਂ ਜੀਵਨ 'ਚੋਂ ਬੋਲਣਗੀਆਂ। ਤੋ ਅਸਲ ਵਿੱਚ ਇਹ ਤਾਂ ਲੋਕ ਵਿਖਾਵੇ ਖਾਤਰ ਕਰਦੇ ਨੇ, ਇਹਨਾਂ ਦਾ ਕੋਈ ਬਹੁਤਾ ਮੀਨਿੰਗ ਨਹੀਂ ਰਹਿ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਮੇਰਾ ਸਵਾਲ ਇਹ ਹੈ ਕਿ ਜਿੱਥੇ ਗੁਰੂ ਜੀ ਠਹਿਰੇ ਸੀਗੇ, ਉਸ ਜੋ ਹਵੇਲੀ ਸੀਗੀ ਉਹ ਕਿਸ ਦੀ ਹਵੇਲੀ ਸੀ ਜੀ? ਹਾਂਜੀ ਵੀਰ ਜੀ, ਅਸਲ 'ਚ ਬੇਟਾ ਉਹ ਨਾ ਬੜਾ ਅਮੀਰ ਤੇ ਧਨਾਢ ਵਿਅਕਤੀ ਸੀ ਜਿਹਦਾ ਨਾਮ ਸੀ ਬੁੱਧੀ ਚੰਦ। ਬੁੱਧੀ ਚੰਦ ਦੀ ਹਵੇਲੀ ਵਿੱਚ ਗੁਰੂ ਸਾਹਿਬ ਰੁਕੇ ਸੀ। ਓਕੇ, ਥੈਂਕ ਯੂ ਜੀ। ਹਾਂਜੀ ਹਾਂਜੀ, ਅਗਲਾ ਬੱਚਾ ਜੀ। ਵੀਰ ਜੀ ਹਜੇ ਸਮਾਂ ਸੀਮਤ ਹੋਣ ਕਰਕੇ ਆਪਾਂ ਹੋਰ ਬੱਚੇ ਨਹੀਂ ਲੈ ਸਕਾਂਗੇ। ਠੀਕ ਹੈ ਭੈਣ ਜੀ। ਹਾਂਜੀ ਭੈਣ ਜੀ, ਕੋਈ ਬੇਨਤੀ ਕੋਈ ਕਰਨੀ ਬੱਚਿਆਂ ਨੂੰ? ਬਸ ਵੀਰ ਜੀ ਆਪ ਦੀ ਸਮਾਪਤੀ ਕਰ ਦਿਓ। ਹਾਂਜੀ, ਸੋ ਅੱਜ ਦੀ ਜਿਹੜੀ ਕੈਂਪ ਦੇ ਸੈਸ਼ਨ ਦੀ ਸਮਾਪਤੀ ਇੱਥੇ ਹੁੰਦੀ ਹੈ ਜੀ। ਸੋ ਭਾਈ ਜਗਜੀਤ ਸਿੰਘ ਜੀ ਚੀਮਾ ਕਲਾਂ ਗੁਰਮਤਿ ਗਿਆਨ ਮਿਸ਼ਨਰੀ ਕਾਲ ਤੋਂ, ਉਹਨਾਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ, ਤੇ ਭਾਈ ਜਸਵਿੰਦਰ ਸਿੰਘ ਜੀ ਮੁੱਖ ਸੇਵਾਦਾਰ, ਉਹਨਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਸੋ ਜਿਨ੍ਹਾਂ ਨੇ ਰਜੀਵੇਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਾਨੂੰ ਇਤਿਹਾਸ ਨਾਲ ਜੋੜਿਆ, ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਬੱਚਿਆਂ ਨੂੰ ਕੱਲ ਵੀ ਬੇਟਾ ਜੀ ਬੇਨਤੀ ਕੀਤੀ ਗਈ ਸੀ ਕਿ 2 ਦਿਨ ਹੋਰ ਜੋ ਵੱਡੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੇ ਟੌਪਿਕ ਤੇ ਸਾਡੇ ਨਾਲ ਕੱਲ ਨੂੰ ਹੋਰ ਬੁਲਾਰੇ ਜਿਹੜੇ ਉਹ ਜੁੜਨਗੇ। ਸੋ ਵੱਧ ਤੋਂ ਵੱਧ ਆਪਣੇ ਜਿਹੜੇ ਆਪਣੇ ਸੱਜਣ ਨੇ ਜਾਂ ਆਪਣੇ ਪਿਆਰ ਵਾਲੇ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਉਹ ਕੈਂਪ ਦੀ ਜਾਣਕਾਰੀ ਦਈਏ, ਤਾਂ ਕਿ ਘਰ ਬੈਠ ਕੇ ਅਸੀਂ ਜਿਹੜਾ ਇਤਿਹਾਸ ਦਾ ਲਾਹਾ ਲੈ ਸਕੀਏ ਤੇ ਇਤਿਹਾਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਤਬਦੀਲੀ ਕਰ ਸਕੀਏ, ਜੀਵਨ ਨੂੰ ਚੇਂਜ ਕਰ ਸਕੀਏ। ਸੋ ਬੱਚੇ ਸਾਰੇ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਆਪਣੇ ਸਨੇਹੀਆਂ ਨੂੰ ਇਸ ਬਾਰੇ ਜ਼ਰੂਰ ਦੱਸੀਏ ਕਿ 2 ਦਿਨ ਹੋਰ ਜਿਹੜਾ ਉਹ ਵੱਡੇ ਸਾਹਿਬਜ਼ਾਦਿਆਂ ਬਾਰੇ ਦੱਸਿਆ ਜਾਣਾ, ਉਸ ਤੋਂ ਅੱਗੇ ਇਤਿਹਾਸ ਦੀ ਲੜੀ ਹੋਰ ਚੱਲੇਗੀ ਜੀ। ਤੇ ਆਪਾਂ ਵੱਧ ਤੋਂ ਵੱਧ ਜਿਹੜੇ ਬੱਚਿਆਂ ਨੂੰ ਸੁਨੇਹਾ ਦੇਈਏ, ਆਪਣੇ ਜਿਹੜੇ ਰਿਲੇਟਿਵ ਨੇ ਉਹਨਾਂ ਨੂੰ ਦੱਸੀਏ, ਤੇ ਤਾਂ ਜੋ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਨੇ, ਬੱਚੇ ਨੇ, ਉਹ ਆਪਣੇ ਇਤਿਹਾਸ ਨਾਲ ਜੁੜ ਸਕਣ, ਲਾਹਾ ਪ੍ਰਾਪਤ ਕਰ ਸਕਣ ਜੀ। ਤੋ ਜਿਹੜੇ ਬੱਚੇ ਕਵੀਸ਼ਰੀ ਦੀ ਸੇਵਾ ਲੈਣਾ ਚਾਹੁੰਦੇ ਨੇ, ਉਹ ਵੀ ਆਪਣੇ ਇੱਥੇ ਜਾਪ ਸੇਵਾ ਦਾ ਨੰਬਰ ਹੁਣੇ ਸ਼ੋ ਹੋਏਗਾ ਜੀ, ਉਸ ਤੇ ਫੋਨ ਕਰਕੇ ਆਪਣੇ ਤੁਸੀਂ ਕਵੀਸ਼ਰੀ ਕਵਿਤਾ ਦੀ ਸੇਵਾ ਜਿਹੜੀ ਲੈ ਸਕਦੇ। ਸਾਰੇ ਬੱਚੇ ਆਪਣੀ ਜਿਹੜੀ ਹਾਜ਼ਰੀ ਉਹ ਲਾ ਲੈਣ ਜੀ। ਸੋ ਨੰਬਰ ਆ ਰਹੇ ਨੇ ਬੇਟਾ ਜੀ। ਸੋ ਜਿਹੜੇ ਬੱਚਿਆਂ ਨੇ ਇਤਿਹਾਸ ਨਾਲ ਸੰਬੰਧਿਤ ਜਿਹੜੇ ਸਫ਼ਰ ਸ਼ਹਾਦਤ, ਜਿਹੜੇ ਇਤਿਹਾਸ ਦੇ ਦਿਨ ਚੱਲ ਰਹੇ ਨੇ, ਇਸ ਨੂੰ ਲਿਟ ਵੀ ਜਿਸ ਵੀ ਬੱਚੇ ਨੇ ਕਵਿਤਾ ਜਾਂ ਕਵੀਸ਼ਰੀ ਵਿੱਚ ਭਾਗ ਲੈਣਾ ਹੋਵੇ, ਗਾਇਨ ਕਰਨਾ ਹੋਵੇ, ਸੋ 2 ਨੰਬਰ ਤੇ ਜਿਹੜਾ ਉਹ ਫੋਨ ਨੰਬਰ ਆ ਰਿਹਾ ਜੀ। ਸੋ ਇੱਥੇ ਤੁਸੀਂ ਫੋਨ ਕਰਕੇ ਆਪਣਾ ਟਾਈਮ ਸਮਾਂ ਲੈ ਸਕਦੇ ਹੋ ਜੀ। ਸੋ ਸਾਰੇ ਬੱਚੇ ਕੋਸ਼ਿਸ਼ ਕਰੀਏ ਕਿ ਆਪਾਂ ਸਾਹਿਬਜ਼ਾਦਿਆਂ ਦੇ ਜਿੱਥੇ ਦਿਨ ਮਨਾ ਰਹੇ ਹਾਂ, ਉਹਨਾਂ ਦੇ ਇਤਿਹਾਸਿਕ ਜਿਹੜਾ ਦਿਹਾੜਿਆਂ ਨੂੰ ਸਮਝ ਰਹੇ ਹਾਂ, ਇਤਿਹਾਸਕ ਸਰੋਤ ਜਿਹੜੇ ਨੇ ਆਪਾਂ ਨੂੰ ਵੱਖ-ਵੱਖ ਬੁਲਾਰੇ ਜਿਹੜੇ ਉਹ ਦੱਸ ਰਹੇ ਨੇ, ਤਾਂ ਉਹਨਾਂ ਨੂੰ ਆਪਾਂ ਮੰਨਣ ਦਾ, ਸਮਝਣ ਦਾ ਯਤਨ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਵੀ ਯਤਨ ਕਰੀਏ। ਸੋ ਜਿੱਥੇ ਵੀ ਸਾਡੇ ਜੀਵਨ ਵਿੱਚ ਕੋਈ ਬਾਤ ਘਾਟ ਹੈਗੀ, ਉਹਨੂੰ ਅਸੀਂ ਬਦਲੀਏ, ਮਾੜੇ ਕੰਮ ਛੱਡੀਏ ਤੇ ਆਪਣੇ ਧਰਮ ਵਿੱਚ ਪੱਕੇ ਹੋਈਏ। ਸਾਨੂੰ ਸਾਹਿਬਜ਼ਾਦਿਆਂ ਦੀ ਜਿਹੜੀ ਉਹ ਸ਼ਹਾਦਤ ਇਹ ਸਿਖਾਉਂਦੀ, ਜਿਵੇਂ ਵੀਰ ਜੀ ਸਾਨੂੰ ਵੱਖ-ਵੱਖ ਬੁਲਾਰੇ ਦੱਸ ਰਹੇ ਨੇ ਕਿ ਸਾਹਿਬਜ਼ਾਦਿਆਂ ਨੇ ਇੰਨੀ ਮੰਨੀ, ਭਾਵੇਂ ਉਹਨਾਂ ਨੇ ਜਿਹੜਾ ਉਹ ਸ਼ਹੀਦੀ ਦਾ ਜਾਮ ਪੀ ਲਿਆ। ਤੇ ਇਸ ਤਰ੍ਹਾਂ ਅਸੀਂ ਵੀ ਆਪਣੇ ਧਰਮ ਲਈ ਕੇਸ ਕਤਲ ਨਹੀਂ ਕਰਾਉਣੇ, ਮਾੜੇ ਕੰਮ ਨਹੀਂ ਕਰਨੇ। ਠੀਕ ਹੈ ਜੀ। ਸੋ ਜਿੱਦਾਂ ਸਾਨੂੰ ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਸਮਝਾਉਂਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਹਨ ਕਵਰ ਨਾ ਜੀਵੈ ਕੋਏ। ਜਿਉਂਦਾ ਉਹੀ ਏ ਜਿਹਨੇ ਮਨ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਵਸੇ ਹੋਏ ਨੇ, ਤੇ ਸਾਡੇ ਰਹਿੰਦੀ ਦੁਨੀਆ ਤੱਕ, ਜਿੰਨਾ ਤੱਕ ਦੁਨੀਆ ਰਹੇਗੀ,
ਤੇ ਉਹਨੇ ਸਮੇਂ ਤੱਕ ਹੀ ਸਾਹਿਬਜ਼ਾਦਿਆਂ ਦਾ ਜਿਹੜਾ ਉਹ ਨਾਮ ਰਹੇਗਾ ਤੇ ਇਸੇ ਤਰ੍ਹਾਂ ਹੀ ਜਿਹੜੀ ਕੌਮ ਉਹਨਾਂ ਦਿਨ ਮਨਾਉਂਦੀ ਰਹੇਗੀ ਜੀ। ਉਹਨਾਂ ਨੇ ਕੁਝ ਚੰਗਾ ਕੀਤਾ ਤਾਂ ਹੀ ਉਹਨਾਂ ਨੂੰ ਆਪਾਂ ਬਾਬਾ ਸ਼ਬਦ ਕਹਿੰਦੇ ਆ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਤੇ ਬਾਬੇ ਤਾਂ ਹੋਰ ਵੀ ਬਹੁਤ ਨੇ, ਪਰ ਇਹਨਾਂ ਨੇ ਵੀ ਛੋਟੀ ਉਮਰਾਂ ਵਿੱਚ ਬਾਬਾ ਸ਼ਬਦ ਜੇ ਇਹਨਾਂ ਦੇ ਨਾਮ ਨਾਲ ਲੱਗਦਾ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਉਹ ਕੁਰਬਾਨੀਆਂ ਕੀਤੀਆਂ, ਕੁਝ ਕਰਕੇ ਵਿਖਾਇਆ। ਬਾਬਾ ਸ਼ਬਦ ਬਹੁਤ ਸਤਿਕਾਰਯੋਗ ਹੈ, ਸੋ ਇਹਨਾਂ ਦੇ ਨਾਮ ਨਾਲ ਵਰਤਿਆ ਜਾਂਦਾ। ਛੋਟੀ ਉਮਰ ਵਿੱਚ ਬਾਬੇ ਬਣੇ ਨੇ ਤੇ ਕਈ ਵਾਰੀ 70-80 ਸਾਲ ਤੱਕ ਵੀ ਬੰਦਾ ਹੋ ਕੇ, ਬਜ਼ੁਰਗ ਹੋ ਕੇ ਵੀ ਬਾਬਾ ਸ਼ਬਦ ਕਹਾਉਣ ਦਾ ਜਿਹੜਾ ਲਾਇਕ ਨਹੀਂ ਰਹਿੰਦਾ। ਸੋ ਯਤਨ ਕਰੀਏ ਵੱਧ ਤੋਂ ਵੱਧ ਬੱਚੇ ਜੁੜ ਕੇ। ਅਸੀਂ ਯੂਮ ਜੋ ਕੈਂਪੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬਹੁਤ ਸੋਹਣਾ ਜਿਹੜਾ ਉਪਰਾਲਾ ਘਰ ਬੈਠ ਕੇ ਕੀਤਾ ਜਾ ਰਿਹਾ। ਮੈਨੂੰ ਲੱਗਦਾ ਇਹੋ ਜਿਹਾ ਕੋਈ ਹੋਰ ਮੌਕਾ ਸਾਨੂੰ ਨਹੀਂ ਮਿਲਣਾ। ਸੋ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਇਹੋ ਜਿਹੇ ਪ੍ਰੋਗਰਾਮਾਂ ਦਾ, ਕੈਂਪਾਂ ਦਾ ਜਿਹੜਾ ਉਹ ਲਾਹਾ ਲੈ ਕੇ ਆਪਣੇ ਘਰ, ਆਪਣੇ ਪਰਿਵਾਰ, ਆਪਣੇ ਗਲੀ ਮੁਹੱਲੇ, ਆਪਣੇ ਸਮਾਜ, ਆਪਣੇ ਇਲਾਕੇ, ਆਪਣੇ ਪੂਰੇ ਪੰਜਾਬ ਕੌਮ ਦੇ ਵਿੱਚ ਬਦਲਾਵ ਲਿਆਉਣਾ ਚਾਹੀਦਾ ਹੈ। ਜਿਵੇਂ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਉਹ ਪ੍ਰਚਾਰ ਬੇਟਾ ਜੀ ਤਾਂ ਹੀ ਹੋਏਗਾ ਜੇਕਰ ਅਸੀਂ ਕੁਝ ਗੁਰਬਾਣੀ ਨੂੰ, ਇਤਿਹਾਸ ਨੂੰ ਸਮਝਦੇ ਹੋਵਾਂਗੇ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰੀ ਸਾਰੇ ਬੱਚੇ ਆਪਣੀ ਲਾ ਲੈਣ ਜੀ।